Okay. Good afternoon, students. Once again, we are meeting here for the subject of OFC, in which we were talking about laser diodes. So yesterday, I have given you a history of the laser diode, that how it is working, and how what are its various features like sharpness, brightness, and large directivity, narrow spectral width, coherence. So these four properties has made them the best light source. It is meant for long haul fiber optic links। ठीक है। तो कुछ समा पा के लेजर डाट की डिवेलपमेंट भी हुई वावा, ठीक नहीं। और WDM ਤੇ ਡੈਂਸ WDM ਤੇ ਹਾਈ ਡੈਂਸਿਟੀ WDM ਟੈਕਨੋਲੋਜੀਜ਼ ਵਾਸਤੇ ਇਹ ਯੂਜ਼ ਹੈ। ਉਹਨਾਂ ਨੇ ਇੱਕ ਨੈਚੁਰਲੀ ਅੱਜ ਦੀਆਂ ਟੈਕਨੋਲੋਜੀ ਹੈ, ਇਸਨੇ ਇਹ ਮਲਟੀ ਚੈਨਲ ਟੈਕਨੋਲੋਜੀ ਨੇ, ਜਿਹੜੇ ਬਹੁਤ ਸਾਰੇ ਯੂਜ਼ਰਸ ਹੈ, ਸਾਰਾ ਡਾਟਾ ਪਿੱਛੋਂ ਆ ਰਿਹਾ ਇਨ ਦੀ ਫਾਰਮ ਆਫ ਵੇਵਲੈਂਥ। ਤੋ ਮਲਟੀ ਵੇਵਲੈਂਥ ਜਨਰੇਟ ਕਰਨ ਵਾਲੀਆਂ ਵੀ ਲੇਜ਼ਰਸ ਹੈਗੀਆਂ, ਠੀਕ ਨਹੀਂ। ਔਰ ਤੁਸੀਂ ਦੇਖੋ ਕਿ ਇੱਕ ਲਾਈਟ ਜਿਹੜੀ ਜਨਰੇਟ ਹੋ ਰਹੀ ਹੈ, ਦੂਜੀ ਲਾਈਟ ਦੇ ਵਿੱਚ ਜਿਹੜਾ ਚੈਨਲ ਜਿਹੜਾ ਸੈਪਰੇਸ਼ਨ ਗੈਪ ਆ, ਉਹ 50 ਗੀਗਾਹਰਟਜ਼ ਤੋਂ ਵੀ ਘਟ ਕੇ ਰਹਿ ਗਿਆ ਹੈ ਨਾ। ਔਰ ਸਪੈਕਟਰਲ ਵਿਡਥ ਬਹੁਤ ਘੱਟ ਰਹਿ ਗਈ। ਸੋ ਇਹ ਕੱਲ ਚੀਜ਼ਾਂ ਆਪਾਂ ਕਾਫੀ ਸਾਰੀਆਂ ਡਿਸਕਸ ਕੀਤੀਆਂ ਸੀ। ਸੁਣ ਰਹੇ ਮੇਰੀ ਆਵਾਜ਼ ਨੂੰ? ਹੈਲੋ। हाँ जी सर। ਹਾਂ। ਸੋ ਪ੍ਰਿੰਸੀਪਲ ਆਫ ਐਕਸ਼ਨ ਦੀ ਅਸੀਂ ਕੱਲ ਗੱਲ ਕਰ ਲਈ ਸੀ। ਮੈਂ ਰਿਕਾਰਡਿੰਗ ਲਈ ਜਾ ਰਿਹਾ, ਰਿਕਾਰਡਿੰਗ ਤਾਂ ਹੋ ਹੀ ਰਹੀ ਹੈ, ਠੀਕ ਨਹੀਂ। ਸੋ ਲਾਈਟ ਐਂਪਲੀਫਿਕੇਸ਼ਨ ਬਾਈ ਸਟਿਮੂਲੇਸ਼ਨ, ਸਟਿਮੂਲੇਟਡ ਮਿਸ਼ਨ ਆਫ ਰੇਡੀਏਸ਼ਨ, ਇਹ ਆਪਾਂ ਗੱਲ ਕਰ ਲਈ ਸੀ। ਹਿਸਟਰੀ ਵੀ ਇਹਦੀ ਦੇਖ ਲਈ ਸੀ। ਫਿਰ ਆਪਾਂ ਸਪੌਂਟੇਨੀਅਸ ਤੇ ਸਟਿਮੂਲੇਟਡ ਰੇਡੀਏਸ਼ਨ ਦੀ ਵੀ ਗੱਲ ਕੀਤੀ ਸੀ। ਸਪੌਂਟੇਨੀਅਸ ਜਿਹੜੀ ਰੇਡੀਏਸ਼ਨ ਹੈ ਉਹ LED ਦੇ ਵਿੱਚ ਹੀ ਅਕਰ ਹੁੰਦੀ ਆ, ਆਪ ਮੁਹਾਰਾ ਜਾਣੀ ਜਦੋਂ ਇਲੈਕਟ੍ਰੋਨਸ ਐਕਸਾਈਟਡ ਸਟੇਟ 'ਚ ਚੱਲ ਗਿਆ ਨਾ ਵੇਲੈਂਸ ਬੈਂਡ ਤੋਂ, ਤੇ ਉੱਥੇ ਉਹ ਟਿਕਦਾ ਨਹੀਂ। ਉਹਦਾ ਟਾਈਮ ਪੀਰੀਅਡ ਉੱਥੇ ਟਿਕਣ ਦਾ ਕੁਛ ਨੈਨੋ ਸੈਕਿੰਡ ਹੈ, ਉਹ ਬਹੁਤ ਘੱਟ ਟਾਈਮ ਹੈ। ਬਟ ਵਾਈਲ ਫਾਲਿੰਗ ਡਾਊਨ ਹੈ ਨਾ, ਫਿਰ ਉਹਦੀ ਰੀਕੰਬੀਨੇਸ਼ਨ ਹੋ ਗਈ, ਉਹਨੇ ਫੋਟੋਨਸ ਦੀ ਫਾਰਮ ਦੇ ਵਿੱਚ એનર્ਜੀ ਜਿਹੜੀ ਉਹ ਰੇਡੀਏਟ ਕਰਨੀ ਲਾਈਟ ਦੀ ਫਾਰਮ ਦੇ ਵਿੱਚ। ਉਹ ਸਪੌਂਟੇਨੀਅਸ ਐਮਿਸ਼ਨ ਸੀ। ਪਰ ਉਹਦੇ ਕੁਝ ਨੈਗੇਟਿਵ ਪੁਆਇੰਟ ਸੀਗੇ, ਕਿਉਂਕਿ LED ਦੇ ਵਿੱਚ ਬਹੁਤ ਸਾਰੇ ਚੈਨਲਸ ਨੇ, ਸਾਰੀ એનર્ਜੀ ਲੈਵਲਸ ਨੇ, ਜਿੱਥੋਂ ਹਰ ਇੱਕ એનર્ਜੀ ਲੈਵਲਸ ਤੋਂ ਜਿਹੜੀ ਜਦੋਂ ਇਲੈਕਟ੍ਰੋਨਸ ਫਾਲ ਕਰਦਾ ਟ੍ਰਾਂਜੀਸ਼ਨ ਹੁੰਦੀ ਉਹਦੀ, ਤੇ ਲਾਈਟ ਜਨਰੇਟ ਹੁੰਦੀ ਹੈ, ਠੀਕ ਨਹੀਂ। ਇਸ ਕਰਕੇ ਉਹਦੀ ਸਪੈਕਟਰਲ ਵਿਡਥ ਬਹੁਤ ਜ਼ਿਆਦਾ ਹੈ, ਆਪਰੇਟਿੰਗ ਵੇਵਲੈਂਥ। ਉਹਨੇ ਦੇਖਿਆ ਕਿ ਸਪੌਂਟੇਨੀਅਸ ਐਮਿਸ਼ਨ ਦੇ ਵਿੱਚ LED ਦੀ ਜਿਹੜੀ ਸਪੈਕਟਰਲ ਵਿਡਥ ਹੈ ਉਹ 60 ਨੈਨੋਮੀਟਰ ਲੈ ਕੇ 170 ਨੈਨੋਮੀਟਰ ਤੱਕ ਵੇਰੀ ਕਰਦੀ ਹੈ। ਇਹ ਹੈਗੀ 850 ਪਹਿਲੀ ਫਸਟ ਟ੍ਰਾਂਸਪੇਰੈਂਟ ਵਿੰਡੋ ਤੇ ਜਿਹੜੀ 170 ਨੈਨੋਮੀਟਰ ਆਪਰੇਟਿੰਗ ਵੇਵਲੈਂਥ ਉਹ 1300 ਨੈਨੋਮੀਟਰ ਤੇ ਆ। ਮਤਲਬ 1300 ਨੈਨੋਮੀਟਰ ਆਪਰੇਟਿੰਗ ਵੇਵਲੈਂਥ ਤੇ 170 ਨੈਨੋਮੀਟਰ ਸਪੈਕਟਰਲ ਵਿਡਥ ਆਈ, ਜਿਹੜੀ ਕਿ ਬਹੁਤ ਜ਼ਿਆਦਾ ਆ, ਠੀਕ ਨਹੀਂ। ਸੋ ਮੋਰਓਵਰ ਇਹਦੀਆਂ ਜਿਹੜਾ ਜਦੋਂ ਫੋਟੋਨ ਪੈਦਾ ਹੋਏ ਉਹਦੀ ਡਾਇਰੈਕਸ਼ਨ ਵੀ ਆਰਬਿਟਰੀ ਸੀ, ਹਾਈਲੀ ਡਾਇਰੈਕਟਿਵ ਨਹੀਂ ਸੀ, ਔਰ ਪਾਵਰ ਵੀ ਘੱਟ ਸੀ, ਠੀਕ ਨਹੀਂ। ਤੇ ਫਿਰ ਈਵਨ ਜਿਹੜੇ ਕੁਛ ਕਹਿੰਦਾ ਫੋਟੋਨ ਜਿਹੜੇ ਕੰਟਰੀਬਿਊਟ ਕਰਦੇ ਸੀ ਆਊਟਪੁੱਟ ਪਾਵਰ ਵਾਸਤੇ, ਉਹਨਾਂ ਦੀ ਵੀ ਡਾਇਰੈਕਸ਼ਨ ਉਹ ਵੀ ਸਟ੍ਰਿਕਟਲੀ ਮੂਵ ਨਹੀਂ ਕਰਦੇ ਵਨ ਡਾਇਰੈਕਸ਼ਨ। ਸੋ ਉਹਨਾਂ ਦੀ ਮੂਵਮੈਂਟ ਜਾਣੀ ਰੈਂਡਮ ਕਹਿ ਲਓ ਜਾਂ ਵਾਈਡਰ ਕਹਿ ਲਓ, ਜਿਹਦੇ ਕਰਕੇ ਵਾਈਡ ਕੋਨ ਜਿਹਾ ਪੈਦਾ ਹੋਇਆ। ਇਸੇ ਕਰਕੇ ਲੰਬਾਰਸ਼ਨ ਸੋਰਸ ਹੈ LED ਦਾ। ਤੇ ਜਿਹੜੀ ਸਭ ਤੋਂ ਲਾਸਟ ਪ੍ਰੋਪਰਟੀ ਆ ਉਹ ਇਹ ਸੀਗੀ ਵੀ ਫੋਟੋਨ ਦੀਆਂ ਜਿਹੜੀਆਂ ਰੇਡੀਏਸ਼ਨ ਆ ਕਿਸੇ ਵੇਲੇ ਵੀ ਅਕਰ ਹੋ ਸਕਦੀ, ਜਾਣੀ ਰੈਂਡਮ, ਕੋਈ ਇੰਡੀਪੈਂਡੈਂਟਲੀ ਜਦੋਂ ਮਰਜ਼ੀ ਉਹ ਫੋਟੋਨ ਜਨਰੇਟ ਹੋ ਸਕਦਾ। ਇਸ ਕਰਕੇ ਕੋਈ ਫੇਸ ਦੇ ਵਿੱਚ ਕੋਰਿਲੇਸ਼ਨ ਨਹੀਂ ਸੀਗਾ ਬਿਟਵੀਨ ਡਿਫਰੈਂਟ ਫੋਟੋਨ ਜਿਹੜਾ ਐਗਜ਼ਿਸਟ ਕਰਦਾ ਸੀ। ਜਿਹੜੀ ਲਾਈਟ ਜਨਰੇਟ ਹੁੰਦੀ ਸੀ ਜਾਂ ਰੇਡੀਏਟ ਹੋਈ ਉਹ ਫਿਰ ਇਨਕੋਹਰੈਂਟ ਸੀ। ਇਨਕੋਹਰੈਂਟ ਦਾ ਮਤਲਬ ਨੋ ਫੇਸ ਕੋਰਿਲੇਸ਼ਨ, ਪਤਾ ਲੱਗ ਗਿਆ। ਸੋ ਜਿੱਥੇ ਤੱਕ ਸਪੌਂਟੇਨੀਅਸ ਐਮਿਸ਼ਨ ਦੀ ਗੱਲ ਆ, ਸੌਰੀ ਸਟਿਮੂਲੇਟਡ ਐਮਿਸ਼ਨ ਦੀ ਗੱਲ ਆ, ਇਹਦਾ ਆਲਟਰਨੇਟਿਵ ਇਹ ਸੀ, ਕਹਿੰਦਾ ਜੇ ਇਲੈਕਟ੍ਰੋਨਸ ਆਲਰੇਡੀ ਐਕਸਾਈਟਡ ਸਟੇਟ 'ਚ ਉੱਥੇ ਉਹਨੂੰ ਸਟ੍ਰਾਈਕ ਕਰਾ ਦਿਓ ਫੋਟੋਨਸ ਨਾਲ, ਤੇ ਨਾਲੇ ਜਿਹੜਾ ਫੋਟੋਨ ਜਿਹਨਾਂ ਸਟ੍ਰਾਈਕ ਕੀਤਾ ਉਹਦੀ એનર્ਜੀ ਪਲੱਸ ਜਿਹੜਾ ਲਾਈਟ ਇਲੈਕਟ੍ਰੋਨ ਫਾਲ ਕਰਨਾ ਉਹਦੀ એનર્ਜੀ, ਠੀਕ ਹੈ ਨਾ। ਉਹ ਦੋਨੇ ਮਤਲਬ ਉਹ ਸੇਮ ਫ੍ਰੀਕੁਐਂਸੀ ਉਹਨਾਂ ਦੀ ਹੈ, ਜਾਣੀ ਵੇਵਲੈਂਥ ਵੀ ਸੇਮ ਹੈ। ਸੋ ਆਹ ਰਿਲੇਸ਼ਨ ਸਾਨੂੰ ਪਤਾ, ਜਿਹੜੀ ਫੋਟੋਨ ਦੀ એનર્ਜੀ ਆਹ ਸਾਨੂੰ ਪਤਾ ਹੀ ਆ। ਤੋ ਇਹਦੀ ਸਪੈਕਟਰਲ ਵਿਡਥ ਜਿਹੜੀ ਲਾਈਟ ਜਨਰੇਟ ਹੋਈ ਹੈ ਜਾਂ ਰੇਡੀਏਟ ਹੋਈ ਹੈ ਉਹ ਬਹੁਤ ਘੱਟ ਸੀ। ਸੋ ਇੱਥੇ ਡੈਲਟਾ ਲੈਮਡਾ ਜਿਹੜੀ ਦੇਖੋ 1 ਨੈਨੋਮੀਟਰ ਦੇ ਕ੍ਰਾਸ ਹੈ, ਈਵਨ ਸੈਕੰਡ ਤੇ ਥਰਡ ਟ੍ਰਾਂਸਪੇਰੈਂਟ ਵਿੰਡੋ ਦੇ ਕਰੀਬ ਕਰੀਬ, ਪਤਾ ਲੱਗ ਗਿਆ। ਸੋ ਇਸੇ ਇਹਦੀ ਬ੍ਰਾਈਟਨੈਸ ਸ਼ਾਰਪ ਸੀ, ਫੋਕਸਿੰਗ ਜ਼ਿਆਦਾ ਸੀ, ਬੀਮ ਵਿਡਥ ਘੱਟ ਸੀਗੀ, ਇੰਟੈਂਸਿਟੀ ਜ਼ਿਆਦਾ ਸੀ, ਲਾਈਟ ਆਊਟਪੁੱਟ ਪਾਵਰ ਜ਼ਿਆਦਾ ਸੀ, ਕੋਹਰੈਂਟ ਸੀ, ਫੇਸ ਤੇ ਫ੍ਰੀਕੁਐਂਸੀ ਦੇ ਵਿੱਚ ਕੋਈ ਫਰਕ ਨਹੀਂ ਸੀਗਾ, ਠੀਕ ਹੈ। ਔਰ ਬੀਮ ਜਿਹੜਾ ਸ਼ਾਰਪ ਸੀ। ਇਸ ਕਰਕੇ ਇਹ ਸਾਰੀਆਂ ਪ੍ਰੋਪਰਟੀਜ਼ ਨੇ ਉਹਨੂੰ ਲੌਂਗ ਹਾਲ ਜਾਣੀ ਲੌਂਗ ਡਿਸਟੈਂਸ ਕਮਿਊਨੀਕੇਸ਼ਨ ਵਾਸਤੇ ਵਧੀਆ ਬਣਾਤਾ। ਵੈਲ ਡਾਇਰੈਕਟਡ ਬੀਮ ਆ, ਡਾਇਰੈਕਟਿਵਿਟੀ ਜ਼ਿਆਦਾ ਆ, ਠੀਕ ਹੈ ਨਾ। ਸਪੌਂਟੇਨੀਅਸ ਦਾ ਮਤਲਬ ਸਟਿਮੂਲੇਟਡ ਦਾ ਮਤਲਬ ਉਹਨੂੰ ਬਾਹਰੋਂ ਐਕਸਟਰਨਲ ਫੋਟੋਨ એનર્ਜੀ ਨਾਲ ਸਟ੍ਰਾਈਕ ਕਰਾਉਣਾ, ਠੀਕ ਨਹੀਂ। ਔਰ ਮੋਰਓਵਰ ਵਿੱਚ ਸਿੰਕਰੋਨਾਈਜ਼ ਸੀ, ਟਾਈਮ ਲਾਈਨਡ ਸੀ।
ਜਿਹੜੇ ਫੋਟੋਨ ਨੇ ਉਹਨੂੰ ਸਟ੍ਰਾਈਕ ਕੀਤਾ ਔਰ ਜਿਹੜਾ ਫੋਟੋਨ ਰੇਡੀਏਟ ਹੋਇਆ, ਠੀਕ ਹੈ, ਦੋਨਾਂ ਦਾ ਦੋਨੋਂ ਸਿੰਕਰੋਨਾਈਜ਼ਡ ਆ, ਜਾਨੀ ਦੋਨੋਂ ਟਾਈਮ ਲਾਈਨਡ ਆ। ਇਹਦਾ ਮਤਲਬ ਇਹ ਆ ਕਿ ਉਹਨਾਂ ਦਾ ਫੇਜ਼ ਦੋਨਾਂ ਦਾ ਸੇਮ ਆ, ਜਾਨੀ ਇਨ ਫੇਜ਼ ਹੈ। ਔਰ ਫਿਰ ਸਟਿਮੂਲੇਸ਼ਨ ਜਿਹੜੀ ਸਟਿਮੂਲੇਟਡ ਜਿਹੜੀ ਰੇਡੀਏਸ਼ਨ ਹੈ ਉਹ ਕੋਹरेंट है। पता लग गया? हाँ बेबी स्टूडेंट्स, हाँ स्टूडेंट्स हाँ जी रिस्पॉन्स। सर। हाँ देखो हजे Yes, जी सर। ਇੰਨੀ ਬੱਚੇ ਜੋੜੇ ਆ। सर ਸਪੈਕਟਰਲ ਵਿਡਥ ਤੇ ਕ੍ਰੋਮੈਟਿਜ਼ਮ ਦੀ ਗੱਲ ਕਰ ਲਈਏ, ਸਪੈਕਟਰਲ ਵਿਡਥ ਜਿਹੜੀ ਐਲਈਡੀ ਦੀ ਆ ਉਹ ਬਹੁਤ ਜ਼ਿਆਦਾ ਆ, ਠੀਕ ਹੈ ਨਾ। ਉਹ ਦੇਖੋ ਕਹਿੰਦਾ ਜਿਹੜਾ ਵਿਜ਼ੀਬਲ ਸਪੈਕਟਰਮ ਉਹਦੀ ਵੇਵਲੈਂਥ ਇੰਨੀ ਆ, ਜੇ ਅਪਰ ਮਾਈਨਸ ਲੋਅਰ ਲੈ ਲਈਏ 300 ਮੀਟਰ ਬਹੁਤ ਜ਼ਿਆਦਾ ਆ, ਠੀਕ ਨਹੀਂ। ਉੱਦਾਂ ਐਲਈਡੀ ਜਿਹੜੇ ਕਮਰਸ਼ੀਅਲੀ ਅਵੇਲੇਬਲ ਆ ਜਾਂ ਆਪਟੀਕਲ ਕਮਿਊਨੀਕੇਸ਼ਨ ਵਾਸਤੇ ਯੂਜ਼ ਹੁੰਦੇ ਆ, ਜੇ ਅਸੀਂ ਘੱਟ ਤੋਂ ਘੱਟ ਵੀ ਲਈਏ ਤਾਂ 30 ਨੈਨੋਮੀਟਰ ਬਾਅਦ ਵੈਸੇ ਵੇਰੀ ਕਰਦੀ ਆ 60 ਤੋਂ ਲੈ ਕੇ 170 ਨੈਨੋਮੀਟਰ ਤੱਕ। ਮੋਨੋਕ੍ਰੋਮੈਟਿਕ ਦਾ ਇੱਥੇ ਮਤਲਬ ਹੈ ਐਸਾ ਲਾਈਟ ਸੋਰਸ ਜਿਹੜਾ ਇੱਕੋ ਹੀ ਵੇਵਲੈਂਥ ਵਾਲੀ ਲਾਈਟ ਜਨਰੇਟ ਕਰੇ, ਜਾਨੀ ਕਲਰਸ ਦੀ ਗੱਲ ਹੈ। ਜਿੱਦਾਂ ਹੁਣ ਇੱਥੇ ਦੇਖੋ ਗ੍ਰੀਨ, ਰੈੱਡ, ਬਲੂ, ਯੈਲੋ, ਮਤਲਬ ਵਨ ਕਲਰ ਦੀ, ਪਰ ਕੋਈ ਐਸਾ ਕਹਿੰਦਾ ਸੋਰਸ ਨਹੀਂ ਹੈ, ਬਟ देयर इज नो ਲਾਈਟ ਸੋਰਸ ਇਨ ਨੇਚਰ ਈਵਨ ਥਿਓਰੈਟਿਕਲੀ ਜਿਹੜਾ ਇੱਕ ਵੇਵਲੈਂਥ ਨੂੰ ਰੇਡੀਏਟ ਕਰ ਸਕਦਾ ਹੋਵੇ। ਇਸ ਕਰਕੇ ਅਸੀਂ ਸਿੰਗਲ ਵੇਵਲੈਂਥ ਦੀ ਬਜਾਏ ਅਸੀਂ ਉਹਦੀ ਫਿਰ ਇੱਕ ਪ੍ਰੋਪਰਟੀ ਹੋਰ ਲੈਂਦੇ ਹਾਂ ਹਰ ਲਾਈਟ ਸੋਰਸ ਦੀ, ਸਪੈਕਟਰਲ ਵਿਡਥ ਦੀ ਗੱਲ ਕਰਦੇ ਹਾਂ। ਸਪੈਕਟਰਲ ਵਿਡਥ ਦਾ ਮਤਲਬ ਹੈ ਜਿੰਨੀ ਵਿਡਥ ਜ਼ਿਆਦਾ ਹੋਈ ਸਪੈਕਟਰਲ ਵਿਡਥ ਉਨੀਆਂ ਉਹਦੇ ਵਿੱਚ ਨੰਬਰ ਆਫ ਵੇਵਲੈਂਥ ਜ਼ਿਆਦਾ ਹੋਣੀਆਂ। ਸੋ ਨੰਬਰ ਆਫ ਵੇਵਲੈਂਥ ਦਾ ਮਤਲਬ ਇਹ ਆ ਵੀ ਉਹਦਾ ਜਿਹੜਾ ਪੈਟਰਨ ਆ ਉਹ ਵਾਈਡ ਹੋਏਗਾ, ਲੰਬਰਸ਼ਨ ਹੋਏਗਾ। ਸੋ ਜੇ ਘੱਟ ਹੋਈਆਂ ਜਿੰਨੀਆਂ ਵੇਵ, ਉਹ ਪੈਟਰਨ ਜਿਹੜਾ ਉਹ ਸ਼ਾਰਪ ਹੋਏਗਾ। ਉਹ ਲੇਜ਼ਰ ਦੀ ਉਹ ਪ੍ਰੋਪਰਟੀ ਹੈ, ਠੀਕ ਹੈ ਨਾ। ਮੋਨੋਕ੍ਰੋਮੈਟਿਕ ਤਾਂ ਕਹਿੰਦਾ ਫਿਊਅਰ ਵੇਵਲੈਂਥ। ਸੋ ਸਪੈਕਟਰਲ ਵਿਡਥ ਦਾ ਮਤਲਬ ਹੈ, ਇਹਨੂੰ ਸਮ ਅਪ ਕਰਨ ਦਾ ਪਹਿਲਾ ਮਤਲਬ ਹੈ ਕਿ ਸਪੈਕਟਰਲ ਵਿਡਥ ਜੇ ਨੈਰੋ ਆ ਰੇਡੀਏਟਡ ਲਾਈਟ ਦੀ, ਇਹਦਾ ਮਤਲਬ ਉਹ 'ਚ ਵੇਵਲੈਂਥ ਘੱਟ ਇਨਵੋਲਵ ਹੋਈਆਂ, ਪਤਾ ਲੱਗ ਗਿਆ, ਰੇਡੀਏਸ਼ਨ ਦੇ ਦੌਰਾਨ। ਸੋ ਅਸੀਂ ਇਸ ਕਰਕੇ ਉਹਨੂੰ ਮੋਨੋਕ੍ਰੋਮੈਟਿਕ ਲਾਈਟ कहता। ਕਲੀਅਰ ਹਰਸ਼? ਆ ਦੇਖੋ ਜਿਹੜਾ ਸਟਿਮੂਲੇਟਡ ਫੋਟੋਨ ਦਾ, ਇਹ ਮੈਂ ਦੁਬਾਰਾ ਰਿਵਿਊ ਕਰ ਰਿਹਾ। ਆ ਦੇਖੋ ਇੱਥੇ ਇਲੈਕਟ੍ਰੋਨ ਆਲਰੇਡੀ ਐਕਸਾਈਟਡ ਸਟੇਟ ਦੇ ਵਿੱਚ ਹੈ, ਇਹਨੂੰ ਆਪਾਂ ਸਟ੍ਰਾਈਕ ਕਰਾਇਆ ਤਾਂ ਦੋ ਪੈਦਾ ਹੋ ਗਏ। ਇਧਰਲੇ ਪਾਸੇ ਫਿਰ ਅੱਗੇ ਮਿਰਰ ਲਗਾਤਾ, ਠੀਕ ਨਹੀਂ, ਮਿਰਰ ਲਗਾਤਾ। ਮਿਰਰ ਤੋਂ ਜਿਹੜਾ ਫੋਟੋਨ ਸਟ੍ਰਾਈਕ ਕੀਤਾ ਰਿਫਲੈਕਟ ਹੋਏ, ਇਹਨੇ ਫਿਰ ਐਕਟਿਵ ਰੀਜਨ ਨੂੰ ਸਟ੍ਰਾਈਕ ਕੀਤਾ, ਉਤੋਂ ਫਿਰ 2 ਤੋਂ 4 ਬਣ ਗਿਆ। ਫਿਰ ਇਧਰਲੇ ਪਾਸੇ ਮਿਰਰ ਲਗਾਤਾ, ਉਹਨੇ ਚਾਰਾਂ ਨੇ ਫਿਰ ਐਕਟਿਵ ਰੀਜਨ ਦੇ ਜਿਹੜੇ ਐਕਸਾਈਟਡ ਸਟੇਟ ਦੇ ਇਲੈਕਟ੍ਰੋਨਸ ਨੇ ਉਹਨੂੰ ਫਿਰ ਸਟ੍ਰਾਈਕ ਕੀਤਾ। ਇਹ ਚਾਰਾਂ ਜਿਹੜੇ ਤੋਂ ਗਿਰਨਾ ਹੀ ਨਹੀਂ, 4 ਫੋਟੋਨ ਪੈਦਾ ਕਰਨੇ, ਜਿਹੜੇ ਆ 4 ਇਹ ਵੀ ਨਾਲੇ ਆ ਜਾਣੇ। ਸਮਝ ਆ ਗਈ? ਸੋ ਇਦਾਂ ਮਲਟੀਪਲੀਕੇਸ਼ਨ ਹੋ ਰਹੀ, ਐਂਪਲੀਫਿਕੇਸ਼ਨ ਹੋ ਰਹੀ ਹੈ। ਸੋ ਦੋਨੋਂ ਮਿਰਰ ਇੱਕ ਕਿਸਮ ਦਾ ਰੈਜ਼ੋਨੇਟਰ ਬਣਾਉਂਦੇ ਆ, ਜਾਨੀ ਕੈਵਿਟੀ ਤੇ ਜਿਹੜਾ ਵਿੱਚ ਐਕਟਿਵ ਰੀਜਨ ਆ ਉਹਦੇ ਵਿੱਚ। ਸੋ ਕੈਵਿਟੀ ਦੀ ਜਾਨੀ ਜਿਹੜੇ ਦੋਨੋਂ ਮਿਰਰ ਜੁੜ ਕੇ ਇੱਕ ਕੈਵਿਟੀ ਬਣਦੀ ਆ, ਕੈਵਿਟੀ ਤੇ ਜਿਹੜਾ ਵਿੱਚ ਐਕਟਿਵ ਰੀਜਨ ਆ ਸੈਮੀਕੰਡਕਟਰ ਮਟੀਰੀਅਲ ਕਰਕੇ, ਇਹਨਾਂ ਦੋਨਾਂ ਦੀ ਇੰਟਰੈਕਸ਼ਨ ਹੋਣੀ ਆ। ਮਿਰਰ ਤੋਂ ਤਾਂ ਲਾਈਟ ਜਿਹੜੀ ਆ ਦੇਖੋ ਆ ਫੋਟੋਨ ਸਟ੍ਰਾਈਕ ਕਰ ਰਿਹਾ। ਹੁਣ ਜਿਹੜੇ ਇਧਰੋਂ ਜਿਹਨਾਂ ਨੇ ਸਟ੍ਰਾਈਕ ਕੀਤਾ ਆ ਜਿਹੜੇ ਆ ਸਟਿਮੂਲੇਟਡ ਹੋ ਗਏ। ਹੁਣ ਇਹ ਦੁਬਾਰਾ ਜਦੋਂ ਇਹਨੇ ਵਾਪਸ ਟਕਰਾ ਕੇ ਹੋਣਾ, ਫਿਰ ਜਦੋਂ ਆ ਦੇਖੋ ਫਿਰ ਜਦੋਂ ਦੁਬਾਰਾ ਆਉਣਾ, ਜਿੱਦਾਂ ਹੁਣ ਮੈਂ ਉੱਪਰ ਗੱਲ ਕਰਦਾ, ਯੈਸ ਉੱਪਰ ਗੱਲ ਕਰਨਾ, ਯੈਸ ਪਹਿਲੀ ਗੱਲ ਆ ਜਿਹੜਾ ਫੋਟੋਨ ਉਹਦੀ એનર્ਜੀ ਨੇ ਜੋ ਸਟ੍ਰਾਈਕ ਕੀਤਾ ਨਾ, ਠੀਕ ਹੈ ਨਾ, ਇਹਨੇ ਬਾਹਰੋਂ ਸਟ੍ਰਾਈਕ ਕਰ ਦਿੱਤਾ, ਇਹਨੂੰ ਹਿੱਟ ਕਰਦਾ, ਠੀਕ ਹੈ। ਜਦੋਂ ਇਹਨੇ ਜਿਹਨੇ ਜਿਹੜਾ ਪੈਦਾ ਹੋਇਆ ਇੱਕ ਹੋਰ ਫੋਟੋਨ ਉਹ ਸਟਿਮੂਲੇਟਡ ਹੋਇਆ। ਕਲੀਅਰ ਹਾਂ ਬੱਚਿਓ, ਕਲੀਅਰ? ਜਿਹੜਾ ਪੈਦਾ ਹੋਣਾ ਉਹ ਸਟਿਮੂਲੇਟਡ ਹੈ, ਜਿਹਨੇ ਪੈਦਾ ਕਰਨਾ ਉਹ ਸਟ੍ਰਾਈਕ ਕਰਨ ਵਾਲਾ, ਠੀਕ ਹੈ। ਜਿਹੜੀ ਪ੍ਰੋਸੈਸ ਆ ਉਹਦਾ ਨਾਮ ਸਟਿਮੂਲੇਸ਼ਨ ਹੈ। ਸੋ ਹੁਣ ਤੁਸੀਂ ਦੇਖ ਰਹੇ ਹੋ ਕਿ ਨੰਬਰ ਆਫ ਜਿਹੜੇ ਫੋਟੋਨਸ ਆ ਵੱਧ ਪੈਦਾ ਹੋ ਰਹੇ ਮਿਰਰ ਲਗਾਉਣ ਦੇ ਨਾਲ। ਸੋ ਆ ਦੇਖੋ ਫਿਰ ਕਹਿੰਦਾ ਪ੍ਰੋਬਲਮ ਇਹ ਆ ਵੀ ਜਿਹੜੀ ਵੈਲੈਂਸ ਬੈਂਡ ਦੇ ਵਿੱਚ ਨਾਰਮਲੀ એનર્ਜੀ ਜਿਹੜੀ ਜ਼ਿਆਦਾ ਹੁੰਦੀ ਆ, ਸੌਰੀ ਕੰਡਕਸ਼ਨ ਇਲੈਕਟ੍ਰੋਨ ਜਿਹੜੇ ਜ਼ਿਆਦਾ ਹੁੰਦੇ ਆ, ਫਿਰ ਆਪਾਂ ਜਦੋਂ ਉਹਨੂੰ એનર્ਜੀ ਦਿੰਨੇ ਆ ਉੱਥੋਂ ਇਲੈਕਟ੍ਰੋਨ ਆਕਸਾਈਡ ਹੋ ਕੇ ਐਕਸਾਈਟਡ ਸਟੇਟ ਚੱਲਣ, ਜਾਨੀ ਕੰਡਕਸ਼ਨ ਬੈਂਡ ਤੇ ਉਹ, ਪਰ ਉੱਥੇ ਟਾਈਮ ਪੀਰੀਅਡ ਉਹਨਾਂ ਦਾ ਬਹੁਤ ਘੱਟ ਹੈ ਠਹਿਰਨ ਦਾ, ਇਸ ਕਰਕੇ ਉਹ ਨੀਚੇ ਗਿਰ ਜਾਂਦੇ ਆ। ਫਿਰ ਆਪਾਂ ਕਿਉਂ ਨਾ ਇਦਾਂ ਦਾ ਇੱਕ ਮੈਕੈਨਿਜ਼ਮ ਯੂਜ਼ ਕਰੀਏ ਵੀ ਉਲਟਾ ਵੈਲੈਂਸ ਬੈਂਡ ਤੋਂ ਉਲਟਾ ਕੰਡਕਸ਼ਨ ਬੈਂਡ ਦੇ ਵਿੱਚ ਇਲੈਕਟ੍ਰੋਨ ਵੱਧ ਕਰੀਏ। ਫਿਰ ਅਸੀਂ ਐਕਸਟਰਨਲ એનર્ਜੀ ਦਿੰਨੇ ਬਾਹਰੋਂ, ਐਕਸਟਰਨਲ ਪੰਪਿੰਗ। ਆ ਦੇਖ ਉਹਦੇ ਨਾਲ ਕੀ ਆ ਕਿ ਜਿਹੜੇ ਇਹਨਾਂ ਦੀ ਕਰੰਟ ਡੈਂਸਿਟੀ ਜ਼ਿਆਦਾ ਹੋਣ ਕਰਕੇ ਕੰਡਕਸ਼ਨ ਬੈਂਡ ਦੇ ਵਿੱਚ ਇਲੈਕਟ੍ਰੋਨਸ ਦੀ ਗਿਣਤੀ ਵੱਧ ਜਾਣੀ ਆ। ਜਦੋਂ ਬਣ ਗਈ ਉੱਥੋਂ ਫਿਰ ਨੈਚੁਰਲੀ ਜਦੋਂ ਇਹਨੂੰ ਸਟ੍ਰਾਈਕ ਕਰਾਵਾਂਗੇ ਉਹ ਵੀ ਗਿਰਨਗੇ, ਸਮਝੇ? ਇਹਨੂੰ ਬੋਲਦਾ ਪਾਪੂਲੇਸ਼ਨ ਇਨਵਰਸ਼ਨ, ਜਾਨੀ ਕਹਿਣ ਦਾ ਮਤਲਬ ਇਲੈਕਟ੍ਰੋਨਸ ਦੀ ਪਾਪੂਲੇਸ਼ਨ ਵੈਲੈਂਸ ਬੈਂਡ ਨਾਲੋਂ ਕੰਡਕਸ਼ਨ ਬੈਂਡ 'ਚ ਜਾਨੀ ਐਕਸਾਈਟਡ ਸਟੇਟ 'ਚ ਜ਼ਿਆਦਾ ਹੋ ਗਈ। ਸਮਝ ਆਈ? ਉਹ ਕਦੋਂ ਹੋਣੀ ਆ? ਐਕਸਟਰਨਲ એનર્ਜੀ ਨਾਲ। ਔਰ ਜਦੋਂ ਇਹਨੇ ਗਿਰਨਾ ਸਟ੍ਰਾਈਕ ਕਰਨ ਤੇ ਫਿਰ ਉਹ ਵੀ ਨਾਲ ਹੋ ਜਾਣੇ, ਸਾਰੇ ਇਨਫੇਸ ਹੋ ਜਾਣੇ। ਸੋ ਇਸ ਤਰੀਕੇ ਨਾਲ ਅਸੀਂ ਕਈ ਵਾਰ ਅਸੀਂ ਇਹਨੂੰ ਐਂਪਲੀਫਾਈ ਵੀ, ਦੇਖੋ ਲਾਈਟ ਐਂਪਲੀਫਾਈ ਜਾਨੀ ਵੱਧ ਰਹੇ ਆ ਪਰ ਨਾਲ ਜਨਰੇਟ ਵੀ ਹੋ ਰਿਹਾ। ਸੋ ਇਸ ਕਰਕੇ ਦੋਨੋਂ ਮੈਕੈਨਿਜ਼ਮ ਚੱਲਦੇ ਆ। ਜਨਰੇਸ਼ਨ ਦਾ ਮਤਲਬ ਜਾਨੀ ਆਸੀਲੇਸ਼ਨ, ਆਸੀਲੇਟਰ ਜਿਹੜਾ ਜਨਰੇਟ ਕਰੀ ਜਾਣਾ,
ਤੇ ਵਧਣ ਦਾ ਮਤਲਬ ਐਂਪਲੀਫਿਕੇਸ਼ਨ। ਸੋ ਕਿਉਂਕਿ ਟਰਮ ਬ੍ਰੌਡਲੀ ਐਕਸੈਪਟਡ ਸੀ ਸਾਰੇ ਵਰਲਡ ਦੇ ਵਿੱਚ, ਇਸ ਕਰਕੇ ਇਹਨੂੰ ਨਾਂ ਰੱਖਤਾ ਲਾਈਟ ਐਂਪਲੀਫਿਕੇਸ਼ਨ ਬਾਈ ਦੀ ਸਟਿਮੂਲੇਟਡ ਐਮਿਸ਼ਨ ਆਫ ਰੇਡੀਏਸ਼ਨ। ਸਮਝ ਲੱਗ ਗਈ ਹੁਣ, ਸਟਿਮੂਲੇਟਡ ਐਮਿਸ਼ਨ ਆਫ ਰੇਡੀਏਸ਼ਨ। ਕਲੀਅਰ ਹੋ ਗਈ ਗੱਲ। ਸੋ ਲੇਜ਼ਰ ਦੀਆਂ ਜਿਹੜੀਆਂ ਰਿਕੁਆਇਰਮੈਂਟ ਹੈ, ਕੱਲ हाँ ਮੈਂ जी ਗੱਲ सर। ਕੀਤੀ ਸੀ। ਆ ਦੇਖੋ ਤਿੰਨੇ ਸਟੂਡੈਂਟ ਜੁੜੇ ਆ, ਬਾਕੀ 4-5 ਜੁੜੇ ਹੀ ਨਹੀਂ, ਕੋਈ ਗੱਲ ਨਹੀਂ, ਨੋ ਪ੍ਰੋਬਲਮ, ਠੀਕ ਨਹੀਂ। ਸੋ ਰਿਕੁਆਇਰਮੈਂਟ ਜਿਹੜੀ ਸੀਗੀ ਉਹ ਮੈਂ ਦੱਸਦੀ ਸੀ ਕੱਲ, ਪੋਜ਼ਿਟਿਵ ਫੀਡਬੈਕ ਚਾਹੀਦੀ ਆ। ਪੋਜ਼ਿਟਿਵ ਫੀਡਬੈਕ ਦਾ ਮਤਲਬ ਹੈ ਵੀ हाँ जी सर। ਹਾਂ ਪਤਾ ਲੱਗਾ ਨਾ, ਕੱਲ ਮੈਂ ਦੱਸਿਆ ਸੀ ਇੱਕ ਮਿਰਰ ਦੂਜੇ ਪਾਸੇ ਲੱਗਾ, ਦੂਜਾ ਮਿਰਰ, ਉਹ ਜਿਹੜੀ ਸਟਿਮੂਲੇਟਡ ਫੋਟੋਨ ਜਨਰੇਟ ਹੋਇਆ, ਉਹਨੇ ਰਿਫਲੈਕਟ ਹੋ ਕੇ ਵਾਪਸ ਫੇਰ ਜਿਹੜਾ ਐਕਟਿਵ ਉਹਨੂੰ ਫੇਰ ਸਟ੍ਰਾਈਕ ਕਰਨਾ, ਉਤੋਂ ਫੇਰ ਉਤੇ ਮਤਲਬ ਐਕਸਾਈਟਡ ਸਟੇਟ ਦੇ ਜਿਹੜੇ ਇਲੈਕਟ੍ਰੋਨਸ ਹੈ ਉਤੋਂ ਫੇਰ ਫੋਟੋਨਸ ਹੋਰ ਪੈਦਾ ਹੋਣਗੇ, ਫਿਰ ਲੈਫਟ ਹੈਂਡ ਸਾਈਡ ਵਾਲਾ ਮਿਰਰ ਤੋਂ ਫਿਰ ਉਹ ਟਕਰਾ ਕੇ ਰਿਫਲੈਕਟ ਹੋ ਕੇ ਫਿਰ ਐਕਟਿਵ ਰੀਜਨ ਨਾਲ ਸਟ੍ਰਾਈਕ ਕਰਦੇ ਆ ਜਿੱਥੇ ਐਕਸਾਈਟਡ ਸਟੇਟ ਦੇ ਵਿੱਚ ਇਲੈਕਟ੍ਰੋਨਸ ਆ, ਫਿਰ ਸਟਿਮੂਲੇਟਡ ਫੋਟੋਨ ਜਨਰੇਟ ਹੋਣਗੇ। ਸੋ ਇਦਾਂ ਹੀ ਪ੍ਰੋਸੈਸ ਚੱਲਦੀ ਰਹਿੰਦੀ ਆ, ਇਹਨੂੰ ਪੋਜ਼ਿਟਿਵ ਆਪਟੀਕਲ ਫੀਡਬੈਕ ਕਹਿੰਦੇ ਆ। ਪੋਜ਼ਿਟਿਵ ਫੀਡਬੈਕ ਇੱਕ ਤਾਂ ਸਟਿਮੂਲੇਸ਼ਨ ਐਮਿਸ਼ਨ ਵਾਸਤੇ ਕੰਪਲਸਰੀ ਆ, ਠੀਕ ਹੈ ਜੀ। ਲੇਜ਼ਰ ਦੀ ਗੱਲ ਉਹਨੇ ਕੀਤੀ, ਸਟਿਮੂਲੇਸ਼ਨ ਦੀ ਆਪਾਂ ਗੱਲ ਕਰਤੀ ਹੈ, ਇਹ ਕੱਲ ਮੈਂ ਕਰ ਲਈ ਸੀ ਗੱਲ, ਠੀਕ ਨਹੀਂ। ਪਾਪੂਲੇਸ਼ਨ ਇਨਵਰਸ਼ਨ ਦੀ ਵੀ ਗੱਲ ਕਰ ਲਈ ਸੀ, ਜਾਨੀ ਐਕਸਾਈਟਡ ਸਟੇਟ ਦੇ ਵਿੱਚ ਇਲੈਕਟ੍ਰੋਨਸ ਹੋਰ ਵੱਧ ਪੈਦਾ ਕਰਕੇ ਰੱਖਣੇ ਬਾਹਰੋਂ ਐਕਸਟਰਨਲ એનર્ਜੀ ਦੇ ਨਾਲ। ਕਲੀਅਰ ਹੋ ਗਈ ਗੱਲ, ਕਲੀਅਰ ਹੋਈ ਗੱਲ। हाँ ਹਾਂ जी ਬੱਚਿਓ, सर। ਹਾਂ। हाँ जी ਸੋ हाँ जी ਆਪਾਂ सर। ਫਿਰ ਮੈਂ ਪਾਪੂਲੇਸ਼ਨ ਇਨਵਰਸ਼ਨ ਤੋਂ ਦੁਬਾਰਾ ਫਿਰ ਤੁਰ ਪਾਉਣਾ। ਆ ਦੇਖੋ, ਉਹ ਪਾਪੂਲੇਸ਼ਨ ਦਾ ਇਨਵਰਸ਼ਨ ਦਾ ਮਤਲਬ ਹੈ ਇਨਵਰਟ ਹੁੰਦਾ ਉਲਟਾ, ਯਾਨੀ ਬੈਲੈਂਸ ਬੈਂਡ ਤੋਂ ਵੱਧ ਗਿਣਤੀ ਕਿਹਦੀ ਕਿੱਥੇ ਚਾਹੀਦੀ ਜ਼ਿਆਦਾ, ਐਕਸਾਈਟਡ ਇਲੈਕਟ੍ਰੋਨਸ ਦੀ ਗਿਣਤੀ ਵੱਧ ਚਾਹੀਦੀ ਐਕਸਾਈਟਡ ਸਟੇਟ ਦੇ ਵਿੱਚ, ਯਾਨੀ ਕੰਡਕਸ਼ਨ ਬੈਂਡ ਦੇ ਵਿੱਚ। ਪਤਾ ਲੱਗ ਗਿਆ। ਹਾਂ, ਉਹ ਆ, ਉਹਨੂੰ ਕਹਿੰਦਾ ਉਲਟਾ, ਯਾਨੀ ਬੇਲੈਂਸ ਬੈਂਡ ਨਾਲੋਂ ਗਿਣਤੀ ਉਲਟੀ ਵੱਧ ਕਿੱਥੇ ਚਾਹੀਦੀ ਇਲੈਕਟ੍ਰੋਨਾਂ ਦੀ, ਐਕਸਾਈਟਡ ਸਟੇਟ ਦੇ ਵਿੱਚ। ਉਹਨੂੰ ਕਹਿੰਦਾ ਪਾਪੂਲੇਸ਼ਨ, ਯਾਨੀ ਇਲੈਕਟ੍ਰੋਨ ਦੀ ਪਾਪੂਲੇਸ਼ਨ ਜਿਹੜੀ ਆ ਉਲਟੀ ਬੇਲੈਂਸ ਬੈਂਡ ਨਾਲੋਂ ਕੰਡਕਸ਼ਨ ਬੈਂਡ 'ਚ ਜ਼ਿਆਦਾ ਚਾਹੀਦੀ। ਕਲੀਅਰ ਹੋ ਗਈ। ਸੋ ਇਹ ਉਹਨੇ ਆ ਫਿਗਰ 'ਚ ਕਰਤਾ ਸੀ ਵੀ ਹਾਊ ਫਾਸਟ ਦੀ ਨੰਬਰ ਆਫ ਸਟਿਮੂਲੇਟਡ ਫੋਟੋਨ ਰਾਈਜ਼ਸ। ਮਤਲਬ ਇਸ ਹੁਣ ਅਸੀਂ ਕਹਿੰਦੇ ਕਿ ਸਾਰਾ ਜਿਹੜਾ ਮਕੈਨਿਜ਼ਮ ਹੋ ਗਿਆ, ਇੱਕ ਫੋਟੋਨ ਤੋਂ 2 ਹੋਏ, 2 ਤੋਂ 4 ਹੋ ਗਏ, 4 ਤੋਂ 8 ਹੋ ਗਿਆ, 8 ਤੋਂ 16 ਹੋ ਗਿਆ, 16 ਤੋਂ 32 ਹੋ ਗਿਆ, ਇਦਾਂ ਪ੍ਰੋਸੈਸ ਚੱਲਦੀ ਰਹੀ। ਇਹਨੂੰ ਲਗਾਤਾਰ ਸਸਟੇਨ ਕਰਨ ਵਾਸਤੇ, ਯਾਨੀ ਕਾਇਮ ਰੱਖਣ ਲਈ, ਆ ਦੇਖਾ ਇਸ ਡਾਇਨਾਮਿਕ ਪ੍ਰੋਸੈਸ ਨੂੰ ਸਸਟੇਨ ਕਰਨ ਵਾਸਤੇ, ਕਾਇਮ ਰੱਖਣ ਵਾਸਤੇ ਫਿਰ ਅਸੀਂ ਕੀ ਕਰਦੇ ਹਾਂ, ਵੀ ਨੀਡ ਐਨ ਇਨਕੈਲਕੂਲੇਬਲ ਨੰਬਰ ਆਫ ਐਕਸਾਈਟਡ ਇਲੈਕਟ੍ਰੋਨਸ ਅਵੇਲੇਬਲ ਇਨ ਦੀ ਕੰਡਕਸ਼ਨ ਬੈਂਡ। ਸੋ ਇਸ ਪ੍ਰੋਸੈਸ ਨੂੰ ਲਗਾਤਾਰ ਚਾਲੂ ਰੱਖਣ ਵਾਸਤੇ, ਜਾਰੀ ਰੱਖਣ ਵਾਸਤੇ ਅਣਗਿਣਤ ਨੰਬਰ ਆਫ ਐਕਸਾਈਟਡ ਇਲੈਕਟ੍ਰੋਨਸ ਅਸੀਂ ਕੰਡਕਸ਼ਨ ਬੈਂਡ 'ਚ ਅਵੇਲੇਬਲ ਕਰਾਉਣੇ ਆ। ਸਮਝ ਆ ਗਈ। ਵੀ ਨੋ ਦੈਟ ਯੂਜ਼ਿੰਗ ਐਕਸਟਰਨਲ એનર્ਜੀ। ਫਿਰ ਉਹ ਕਾਹਦੇ ਨਾਲ ਕਰਾਂਗੇ, ਐਕਸਟਰਨਲ એનર્ਜੀ ਨਾਲ, ਯਾਨੀ ਫਾਰਵਰਡ ਕਰੰਟ ਨਾਲ। ਅਸਲ 'ਚ ਕੀ ਆ, ਫਾਰਵਰਡ ਬਾਇਸਿੰਗ ਤੋਂ ਫਾਰਵਰਡ ਵੋਲਟ, ਫਾਰਵਰਡ ਬਾਇਸਿੰਗ ਜਾਂ ਫਾਰਵਰਡ ਵੋਲਟੇਜ ਤੋਂ ਫਾਰਵਰਡ ਕਰੰਟ ਬਣਦਾ। ਉਹ ਕਰੰਟ ਕਰਕੇ ਜਿਹੜੇ ਵੱਧ ਤੋਂ ਵੱਧ ਇਲੈਕਟ੍ਰੋਨ ਜਿਹੜੇ ਆ ਚਾਰਜ ਕੈਰੀਅਰ ਇੰਜੈਕਟ ਹੁੰਦੇ ਆ, ਜਿਹਦੇ ਕਰਕੇ ਕੰਡਕਸ਼ਨ ਬੈਂਡ ਦੇ ਵਿੱਚ ਇਲੈਕਟ੍ਰੋਨ ਦੀ ਗਿਣਤੀ ਵੱਧਦੀ ਆ। ਸੋ ਐਲਈਡੀ ਕਹਿੰਦਾ ਜੀ ਫਾਰਵਰਡ ਕਰੰਟ ਫॉर ਐਨ ਐਲਈਡੀ ਮੇਕਸ ਇਟ ਪੋਸੀਬਲ ਟੂ ਐਕਸਾਈਟ a number of electrons, but in lasers depletion of the conduction band occurs much faster than it does in LED। ਕਹਿੰਦਾ LED ਵਿੱਚ ਤਾਂ ਚਲੋ ਫੇਰ ਅਜੇ ਥੋੜੇ ਚਿਰ ਲਈ ਐਕਸਾਈਟਡ ਸਟੇਟ 'ਚ ਇਲੈਕਟ੍ਰੋਨ ਠਹਿਰ ਜਾਂਦੇ ਆ, ਫੇਰ ਥੱਲੇ ਗਿਰਦੇ ਆ, ਪਰ ਲੇਜ਼ਰ ਦੇ ਵਿੱਚ ਐਕਸਾਈਟਡ ਸਟੇਟ ਦੇ ਵਿੱਚ ਜਾਨੀ ਕੰਡਕਸ਼ਨ ਬੈਂਡ ਦੇ ਵਿੱਚ ਇਲੈਕਟ੍ਰੋਨ ਠਹਿਰਦੇ ਬਹੁਤ ਘੱਟ ਟਾਈਮ ਲਈ ਆ। ਮਤਲਬ ਫਿਰ ਇਹਦਾ ਮਤਲਬ ਉੱਥੇ ਸਨ, ਪਰ ਅਸੀਂ ਫਿਰ ਅਸੀਂ ਕਾਇਮ ਤਾਂ ਰੱਖਣਾ, ਸਟਿਮੂਲੇਟਡ ਐਮਿਸ਼ਨ ਜਿਹੜੀ ਆ ਉਹ ਕਾਇਮ ਤਾਂ ਰੱਖਣੀ ਆ। ਅਸੀਂ ਇਹ ਚਾਹੁੰਦੇ ਹਾਂ ਕਿ 24 ਘੰਟੇ 12 ਮਹੀਨੇ 30 ਦਿਨ ਹਰ ਵਕਤ ਐਵਰੀ ਟਾਈਮ ਉੱਥੇ ਐਕਸਾਈਟਡ ਸਟੇਟ ਦੇ ਵਿੱਚ ਇਲੈਕਟ੍ਰੋਨਸ ਰਹਿਣ। ਉਹਦੇ ਵਾਸਤੇ ਕੀ ਕਰੀਦਾ, ਕਹਿੰਦਾ ਐਲਈਡੀ ਵਿੱਚ ਤਾਂ ਕਹਿੰਦਾ ਕੁਝ ਟਾਈਮ ਲਈ ਉਹ ਠਹਿਰ ਜਾਂਦੇ ਆ, ਠੀਕ ਹੈ, ਬਟ ਇਨ ਲੇਜ਼ਰ ਉਹ ਜਲਦੀ ਖਾਲੀ ਹੋ ਜਾਂਦੇ, ਜਿਹਨੇ ਡਿਪਲੀਟ ਹੋ ਜਾਂਦੇ ਕੰਡਕਸ਼ਨ ਦਾ, ਅਕਰਸ ਮਚ ਫਾਸਟਰ ਦੈਨ ਦੈਟ ਇਨ ਐਲਈਡੀਜ਼। ਮਤਲਬ ਜਿਹੜਾ ਲੇਜ਼ਰ ਆ ਉਹਦਾ ਕੰਡਕਸ਼ਨ ਬੈਂਡ ਦੇ ਵਿੱਚ ਇਲੈਕਟ੍ਰੋਨ ਫਟਾਫਟ ਨਿਕਲਦੇ ਆ ਐਲਈਡੀ ਨਾਲੋਂ। ਹੈਂਸ ਵੀ ਨੀਡ, ਫਿਰ ਕੀ ਕਰੀਏ, ਹੈਂਸ ਵੀ ਨੀਡ ਟੂ ਐਕਸਾਈਟ ਇਲੈਕਟ੍ਰੋਨਸ ਐਟ ਏ ਮਚ ਫਾਸਟਰ ਹਾਈ ਰੇਟ ਦੈਨ ਵੀ ਡਿਡ ਇਨ ਐਲਈਡੀ। ਸੋ ਜਿੱਦਾਂ ਅਸੀਂ ਐਲਈਡੀ ਦੇ ਵਿੱਚ ਇਲੈਕਟ੍ਰੋਨਸ ਨੂੰ ਐਕਸਾਈਟਡ ਸਟੇਟ 'ਚ ਰੱਖਣ ਲਈ ਜਿਹੜਾ ਰੇਟ, ਜਿਹੜੀ ਦਰ ਬਣਾਈ ਸੀ, ਉਹਦੇ ਨਾਲ ਵੱਧ ਰੇਟ ਤੇ, ਫਾਸਟਰ ਰੇਟ ਤੇ ਅਸੀਂ ਲੇਜ਼ਰ ਡਾਟ ਦੇ ਵਿੱਚ ਐਕਸਾਈਟਡ ਸਟੇਟ ਦੇ ਵਿੱਚ ਇਲੈਕਟ੍ਰੋਨਸ ਰੱਖਣੇ ਆ। ਪਤਾ ਲੱਗ ਗਿਆ। In fact, for laser action lasing, we need to have more electrons at the higher energy conduction band than the lower energy valence band. So this situation is this situation ਕਹਿੰਦੇ population inversion, because normally the valence band ਦੇ ਵਿੱਚ ਕਹਿੰਦਾ ਜਿਹੜਾ valence band ਦੇ ਵਿੱਚ heavy population ਹੁੰਦੀ, ਜਾਣੀ ਕਾਦੀ ਇਲੈਕਟ੍ਰੋਨਸ ਦੀ, than conduction band। तो ਇਸ ਨੂੰ ਇਨਵਰਟ ਕਰਨ ਵਾਸਤੇ, ਪਾਪੂਲੇਸ਼ਨ ਇਨਵਰਸ਼ਨ ਨੂੰ ਕ੍ਰੀਏਟ ਕਰਨ ਵਾਸਤੇ ਫਿਰ ਕੀ ਕਰਨਾ ਪੈਂਦਾ, ਸਾਨੂੰ ਹਾਈ ਡੈਂਸਿਟੀ ਫਾਰਵਰਡ ਕਰੰਟ ਦੇਣਾ ਪੈਂਦਾ ਉਸ ਸਮਾਲ ਐਕਟਿਵ ਏਰੀਆ ਦੇ ਵਿੱਚ। ਪਤਾ ਲੱਗ ਗਿਆ।
ਇਹ ਕਰੰਟ ਜਿਹੜਾ ਆ ਸਮਾਲ ਜਿਹੜਾ ਲੇਜ਼ਰ ਦਾ ਸਮਾਲ ਐਕਟਿਵ ਏਰੀਆ ਉਹਦੇ ਵਿੱਚ ਇਹਨੂੰ ਪਾਸ ਕਰਾਉਣਾ, ਠੀਕ ਹੈ ਨਹੀਂ, ਉੱਥੇ ਫਾਸਟ ਫਟਾਫਟ ਉਹ ਜੰਪ ਕਰ ਜਾਣਗੇ ਐਕਸਾਈਟਡ ਸਟੇਟ ਨੂੰ, ਤੇ ਫਿਰ ਇਦਾਂ ਇਲੈਕਟ੍ਰੋਨਸ ਉੱਥੇ ਪ੍ਰੈਜ਼ੈਂਟ ਜਾਣਗੇ, ਠੀਕ ਹੈ। ਹੈਲੋ ਸਟੂडेंट सुन रहे हैं? हेलो हेलो हाँ बच्चों, हाँ जी हाँ सर। जी ਤੇ ਹੁਣ ਮਾਲਿਕ ਸੋਤਾ ਸੌਰਵ ਸ਼ਰਮਾ ਉਹ ਦੇਖੋ ਫਰਜ਼ਾਨ ਫੇਰ ਨਿਕਲ ਗਿਆ, ਦੇਖ ਲਿਆ, ਬਾਕੀ ਬੱਚੇ ਨਹੀਂ ਆਏ, ਕੋਈ ਗੱਲ ਨਹੀਂ, ਲੀਵ ਇਟ। ਸੋ ਪਾਪੂਲੇਸ਼ਨ ਇਨਵਰਸ਼ਨ ਇਜ਼ ਨੈਸੈਸਰੀ ਕੰਡੀਸ਼ਨ to create a lasing effect because greater the number of excited electrons greater the number of stimulated photons, ਜਿੰਨੇ ਇਲੈਕਟ੍ਰੋਨ ਐਕਸਾਈਟਡ ਸਟੇਟ ਜ਼ਿਆਦਾ ਹੋਣਗੇ ਉਨੇ ਨੰਬਰ ਆਫ ਫੋਟੋਨਸ ਪੈਦਾ ਹੋਣਗੇ, that can be radiation। ਇਸ ਤੋਂ ਇਲਾਵਾ ਹੋਰ ਕੀ ਹੈ, emission intensity will be higher as well, emission intensity ਵੀ ਵਧੇਗੀ। in other words number of excited electrons ਉਹ ਜਾਨੀ ਗੇਨਡ, ਜੇ ਕੋਈ ਚੀਜ਼ ਵਧਦੀ ਹੈ ਤੇ ਉਹਦਾ ਗੇਨ ਵੀ ਵਧੂਗਾ। ਸੋ ਸੈਮੀਕੰਡਕਟਰ ਡਾਇਓਡ ਦਾ ਇੱਥੇ ਗੇਨ ਮਤਲਬ ਜਿਹੜੇ ਨੰਬਰ ਆਫ ਐਕਸਾਈਟਡ ਇਲੈਕਟ੍ਰੋਨਸ ਆ ਉਹ ਕਿਸਮ ਦਾ ਗੇਨ ਨੂੰ ਸੈਮੀਕੰਡਕਟਰ ਡਾਇਓਡ ਦੇ ਗੇਨ ਨੂੰ ਡਿਸਾਈਡ ਕਰਦੇ, ਡਿਟਰਮਾਈਨ ਕਰਦੇ ਆ। ਔਨ ਦੀ ਅਦਰ ਹੈਂਡ ਇਹ ਲੇਜ਼ਰ ਡਾਇਓਡ ਇੰਟਰੋਡਿਊਸ ਸਮ ਲਾਸਸ ਆਲਸੋ, ਤੇ ਭਾਈ ਜੇ ਸੈਮੀਕੰਡਕਟਰ ਡਾਇਓਡ ਦੇ ਵਿੱਚ ਗੇਨ ਇੰਟਰੋਡਿਊਸ ਹੁੰਦਾ ਨਾ ਤੇ ਉਹਦੇ ਨਾਲ ਫਿਰ ਲਾਸ ਵੀ ਇੰਟਰੋਡਿਊਸ ਹੁੰਦਾ, ਸਮਝ ਆਈ। ਤੋ ਲਾਸ ਹੋਣ ਦੇ ਕਿਹੜੇ ਦੋ ਮੈਕੈਨਿਜ਼ਮ ਆ। ਹੁਣ ਲੇਜ਼ਰ ਨੇ ਜਦੋਂ ਕੰਡਕਟ ਕਰਨਾ, ਪਹਿਲੀ ਗੱਲ ਆ ਲੇਜ਼ਰ ਡਾਇਓਡ ਇੰਟਰੋਡਿਊਸ ਸਮ ਲਾਸ, ਕਿੱਦਾਂ, ਫਸਟ ਕੁਝ ਫੋਟੋਨ ਜਿਹੜੇ ਪੈਦਾ ਹੋ ਕੇ ਉਹ ਅਬਜ਼ੌਰਬ ਹੋ ਜਾਣਗੇ ਵਿਦਨ ਦੀ ਸੈਮੀਕੰਡਕਟਰ ਮਟੀਰੀਅਲ ਦੇ ਵਿੱਚ ਹੀ, ਜਦੋਂ ਨਹੀਂ ਪੈਦਾ ਹੋਣ ਨਾਲੇ ਅਬਜ਼ੌਰਬ ਹੋ ਜਾਣ, ਇਹਦਾ ਮਤਲਬ ਉਹ ਵੀ ਲਾਸ ਆ। ਬਿਫੋਰ ਦੇ ਕੈਨ ਐਸਕੇਪ ਟੂ ਕ੍ਰੀਏਟ, ਇਸ ਤੋਂ ਪਹਿਲਾਂ ਕਿ ਉਹ ਬਾਹਰ ਨਿਕਲਣ ਰੇਡੀਏਸ਼ਨ ਨੂੰ ਕ੍ਰੀਏਟ ਕਰਨ ਵਾਸਤੇ ਉਹ ਵਿੱਚੇ ਮਟੀਰੀਅਲ ਦੇ ਅਬਜ਼ੌਰਬ ਹੋ ਜਾਂਦੇ ਆ, ਇਹ ਵੀ ਲਾਸ ਆ। ਸੈਕੰਡ ਪੁਆਇੰਟ ਕੀ ਆ, ਮਿਰਰਸ ਡੂ ਨਾਟ ਰਿਫਲੈਕਟ 100% ਆਫ ਦੀ ਇਨਸੀਡੈਂਟ ਫੋਟੋ, ਜਿਹੜੇ ਦੋਨੋਂ ਪਾਸੇ ਮਿਰਰ 1 ਤੇ 2 ਲਗਾਏ ਆ ਉਹ ਜਿਹੜੀ ਫੋਟੋਨਸ ਉੱਤੇ ਸਟ੍ਰਾਈਕ ਕਰਦੇ ਆ ਉਹ 100% ਰਿਫਲੈਕਟ ਵਾਪਸ ਨਹੀਂ ਆਉਂਦੇ। ਇਹਦਾ ਮਤਲਬ ਜਿਹੜੇ ਮਿਰਰਸ ਦਾ ਉਹ ਵੀ ਅੱਛੀ ਗੁੱਡ ਕੁਆਲਿਟੀ ਵਾਲੇ ਚਾਹੀਦੇ ਆ, ਤਾਂ ਕਿ ਜਿਹੜਾ ਵੀ ਉਹਨਾਂ ਫੋਟੋ ਸਟ੍ਰਾਈਕ ਕਰਦਾ ਉਹ ਟਕਰਾ ਕੇ ਵਾਪਸ ਜਾਵੇ, ਯਾਨੀ ਰਿਫਲੈਕਟਡ ਮਿਰਰ ਕਹਿੰਦੇ, ਪਤਾ ਲੱਗ ਗਿਆ। ਸੋ ਉਹ ਵੀ ਕਹਿੰਦਾ 100% ਇਨਸੀਡੈਂਟ ਫੋਟੋ ਉਹਨੂੰ ਰਿਫਲੈਕਟ ਨਹੀਂ ਕਰਦੇ। ਸੋ ਇਹ ਦੋ ਤਰ੍ਹਾਂ ਦੇ ਲਾਸ ਹੋ ਸਕਦੇ ਆ। ਇਨ ਅਦਰ ਵਰਡਸ ਲਾਸ ਸਟੈਮਸ ਮੇਨਲੀ ਕਿੱਥੋਂ ਪੈਦਾ ਹੁੰਦਾ, ਮੇਨਲੀ ਫਰੋਮ ਦੀ ਅਬਜ਼ੌਰਪਸ਼ਨ ਐਂਡ ਟਰਾਂਸਮਿਸ਼ਨ ਆਫ ਸਟਿਮੂਲੇਟਡ ਫੋਟੋਨਸ। ਅਬਜ਼ੌਰਪਸ਼ਨ ਦਾ ਮਤਲਬ ਜਦੋਂ ਫੋਟੋਨ ਜਦੋਂ ਪੈਦਾ ਹੋਣੇ ਉਹਨੇ ਮਟੀਰੀਅਲ 'ਚ ਅਬਜ਼ੌਰਬ ਹੋ ਜਾਣਾ, ਟਰਾਂਸਮਿਸ਼ਨ ਦਾ ਮਤਲਬ ਜਦੋਂ ਉਹਨੇ ਐਕਸਾਈਟ ਹੋ ਕੇ ਸਟਿਮੂਲੇਟਡ ਬਣਨਾ, ਫਿਰ ਮਿਰਰ 2 ਵੱਲੋਂ 1 ਵੱਲੋਂ 1 ਵੱਲੋਂ 2 ਵੱਲ ਜਦੋਂ ਇਦਾਂ ਟਰਾਂਸਮਿਸ਼ਨ ਹੁੰਦੀ ਆ ਉਹਦੇ ਵਿੱਚ ਵੀ ਥੋੜਾ ਬਹੁਤ ਉਹਨਾਂ ਦਾ ਲਾਸ ਹੁੰਦਾ, ਯਾਨੀ ਕਿਉਂਕਿ 100% ਰਿਫਲੈਕਸ਼ਨ ਨਹੀਂ ਹੁੰਦੀ, ਸਮਝ ਆ ਗਈ, ਠੀਕ ਹੈ ਨਹੀਂ। ਉਸ ਫਿਗਰ 'ਚ ਜਿਹੜੀ 9.10 ਵੀ ਸੀ ਜਿੱਥੇ ਆਪਾਂ 2 ਤੋਂ 4 ਬਣਾਏ, 4 ਤੋਂ 8 ਬਣਾਏ, ਉਹਦੀ ਗੱਲ ਫੇਰ ਕਰ ਰਿਹਾ। ਇਟ ਸੀਮਸ ਦੈਟ ਨੰਬਰ ਆਫ ਸਟਿਮੂਲੇਟਡ ਫੋਟੋਨ ਜਿਹੜਾ ਕੰਟੀਨਿਊਸਲੀ ਗਰੋ ਕਰ ਰਿਹਾ, ਇਨਫਿਨਿਟੀ ਵੱਲ ਵਧ ਰਿਹਾ, ਇਹਦੇ ਨਾਲ ਫਿਰ ਗੇਨ ਵੀ ਵਧੂ। ਪਰ ਇਹ ਕਹਿੰਦਾ ਐਕਚੁਅਲੀ ਇਹ 100% ਟਰੂ ਨਹੀਂ, ਵੀ ਜੇ ਫੋਟੋਨਸ ਨੰਬਰ ਆਫ ਇਨਫਾਈਨਿਟ ਮਤਲਬ ਇਨਫਾਈਨਿਟਲੀ ਗਰੋ ਕਰ ਰਹੇ ਆ ਜਾਂ ਐਕਸਪੋਨੈਂਸ਼ੀਅਲੀ ਰਾਈਜ਼ ਕਰ ਰਹੇ ਆ ਤੇ ਗੇਨ ਵੀ ਉਸ ਹਿਸਾਬ ਨਾਲ, ਕਹਿੰਦਾ ਇਹ ਪਿਕਚਰ ਟਰੂ ਨਹੀਂ ਹੈਗੀ। ਅਸਲ 'ਚ ਹੁੰਦਾ ਕੀ ਆ, ਕੁਝ ਲਾਸ ਵੀ ਹੋਣਾ, ਕੁਝ ਲਾਸ ਵੀ ਹੁੰਦਾ ਫੋਟੋਨਸ ਦਾ, ਇਹ ਮੈਂ ਦੱਸ ਕੇ ਆਣਾ ਨਾ ਉੱਪਰ। ਹੈਲੋ ਸਟੂਡੈਂਟਸ, ਦੱਸਿਆ ਨਾ ਉੱਪਰ, ਲਾਸ ਵੀ ਹੁੰਦਾ ਅਬਜ਼ੌਰਪਸ਼ਨ ਕਰਕੇ ਤੇ ਟਰਾਂਸਮਿਸ਼ਨ ਕਰਕੇ। ਸੋ ਐਜ਼ ਅ ਮੈਟਰ ਆਫ ਫੈਕਟ ਐਟ ਦੀ ਬਿਗਨਿੰਗ ਆਫ ਦਾ ਲੇਜ਼ਿੰਗ ਪ੍ਰੋਸੈਸ, ਤੇ ਇਹਦੇ ਕਰਕੇ ਜਦੋਂ ਲੇਜ਼ਿੰਗ ਪ੍ਰੋਸੈਸ ਸਟਾਰਟ ਹੋਣੀ ਆ the number of photons continues to grow at literally, ਜਾਨੀ ਇੱਕ ਕਿਸਮ ਦੇ ਨਿਊਕਲੀਅਰ ਜਿੱਦਾਂ ਐਕਸਪਲੋਜ਼ਨ ਰੇਟ ਹੁੰਦਾ ਇਦਾਂ ਗਰੋ ਕਰਦੇ ਉਹ ਫੋਟੋਨਸ, ਜਿੱਦਾਂ ਹੀ ਪ੍ਰੋਸੈਸ ਕੰਟੀਨਿਊ ਰਹਿੰਦੀ ਆ। ਤੋ ਫੋਟੋਨਸ ਜਿਹੜੇ ਆ ਉਹ ਸਟਿਮੂਲੇਟ ਹੋਰ ਹੁੰਦੇ ਰਹਿੰਦੇ ਆ, ਫੋਟੋਨਸ ਦੈਟ ਆਰ ਸਟਿਮੂਲੇਟਡ ਜਾਨੀ ਪੈਦਾ ਹੁੰਦੇ ਰਹਿੰਦੇ ਆ, ਠੀਕ ਆ, ਗ੍ਰੇਟਰ ਦੀ ਨੰਬਰ, ਫਿਰ ਜਿੰਨੇ ਪੈਦਾ ਹੋਏ ਉਹ ਨਾਲ ਉਹਨੇ ਲਾਸ ਵੀ ਹੁੰਦੇ ਆ, ਕੁਝ ਅਬਜ਼ੌਰਬ ਹੋ ਜਾਂਦੇ, ਜਾਨੀ ਗ੍ਰੇਟਰ ਨੰਬਰ ਲਾਸ ਵੀ ਹੋ ਜਾਂਦਾ। ਫਾਰਚੂਨੇਟਲੀ ਜਿਹੜਾ ਲਾਸ ਆ ਉਹ ਕਾਂਸਟੈਂਟ ਆ ਕਿਸੇ ਵੀ ਡਾਇਓਡ ਵਾਸਤੇ, ਜਾਨੀ ਕੋਈ ਸੈਮੀਕੰਡਕਟਰ ਮਟੀਰੀਅਲ ਦਾ ਜਿਹੜਾ ਜੇ ਤੋਂ ਲੇਜ਼ਰ ਬਣੀ ਆ ਉਸ ਮਟੀਰੀਅਲ ਦੀ ਅਬਜ਼ੌਰਪਸ਼ਨ ਕਿੰਨੀ ਕੁ ਆ, ਉਹ ਜਾਨੀ ਜਿਹੜਾ ਉਹਦੇ ਵਿੱਚ ਫੋਟੋਨਸ ਪੈਦਾ ਹੁੰਦੇ ਆ, ਕਹਿੰਦਾ ਉਹ ਉਹਦਾ ਵਿੱਚ ਜਿੰਨਾ ਕੁ ਇੰਨਾ ਕੁ ਕਹਿੰਦਾ ਇਹਦੇ ਵਿੱਚ ਲਾਸ ਹੋਣਾ ਹੀ ਹੋਣਾ, ਉਹ ਲਾਸ ਸੈਮੀਕੰਡਕਟਰ ਮਟੀਰੀਅਲ ਵਾਸਤੇ ਕਾਂਸਟੈਂਟ ਹੈ। ਫਾਰਚੂਨੇਟਲੀ ਵਰਡ ਬੋਲਿਆ ਉਹਨੇ, ਖੁਸ਼ਕਿਸਮਤ ਨਾਲ, ਇਹ ਨਹੀਂ ਵੀ ਲਾਸ ਘਟਦਾ ਵੱਧਦਾ ਰਹਿੰਦਾ, ਜਾਨੀ ਲਾਸ ਵਧੀ ਜਾਂਦਾ, ਲਾਸ ਕਹਿੰਦਾ ਕਾਂਸਟੈਂਟ ਹੈ ਉਹਦੇ ਵਿੱਚ, ਠੀਕ ਹੈ। ਇਹ ਮੈਂ ਤੁਹਾਨੂੰ ਅੱਗੇ ਦਿਖਾ ਦਿੰਦਾ, ਦੇਖੋ ਅੱਗੇ ਦਿਖਾ ਦਿੰਦਾ, ਇਹ ਆਹ ਦੇਖੋ ਆਹ ਡਾਇਗਰਾਮ ਨਜ਼ਰ ਆ ਰਹੀ ਬੱਚੋ, हाँ स्टूडेंट्स, हेलो आ रही सर, हाँ हाँ आ रही। देखो इतने गेन वर्सेस थिकनेस जानी ये डायमीटर या ये कह लीजिए भी ਉਹਦੀ ਲੈਂਥ ਆਫ ਦੀ ਸੈਮੀਕੰਡਕਟਰ ਮਟੀਰੀਅਲ ਜਾਂ ਲੇਜ਼ਰ ਦੀ ਗੱਲ ਕਰ ਲਓ, ਇਹ ਡਾਈਮੈਂਸ਼ਨਸ ਹੈ ਉਹਦੇ, ਡਾਈਮੈਂਸ਼ਨ ਡੀ ਮੀਨਸ ਡਾਈਮੈਂਸ਼ਨ ਅਲੋਂਗ ਦੀ ਐਕਟਿਵ ਲੇਅਰ ਦੇ ਕ੍ਰਾਸ। ਹੁਣ ਜਿੱਦਾਂ ਹੀ ਫੋਟੋਨਸ ਵੱਧ
ਪੈਦਾ ਹੋਣਗੇ ਐਕਸਾਈਟਡ ਇਲੈਕਟ੍ਰੋਨਸ ਦੇ ਕਰਕੇ, ਸਟਿਮੂਲੇਟ ਹੋਣ ਕਰਕੇ ਨੰਬਰ ਆਫ ਫੋਟੋਨਸ ਵਧਣੇ ਆ, ਗੇਨ ਵੀ ਵਧਣਾ, ਠੀਕ ਹੈ ਨਹੀਂ, ਗੇਨ ਵੀ ਵਧਣਾ ਤੇ ਗੇਨ ਵਧਣਾ। ਆ ਹੈਗੀ ਗੇਨ ਦੀ ਕਰਵ। ਹੁਣ ਤੁਸੀਂ ਦੇਖੋ ਕਿਸੇ ਵੀ ਮਟੀਰੀਅਲ ਵਾਸਤੇ ਉਹਨੇ ਕਿਹਾ ਕਿ ਗੇਨ ਜਿਹੜਾ ਕਾਂਸਟੈਂਟ ਰਹਿੰਦਾ, ਇੱਥੇ ਵੀ ਲਾਈਨ ਇੰਨੀ ਆ ਲਾਸ ਲਾਈਨ ਹੈ, ਆ ਲਾਸ ਲਾਈਨ ਹੈ, ਪਤਾ ਲੱਗ ਗਿਆ। ਤੋ ਲਾਸ ਲਾਈਨ ਦੇਖੋ, ਜੇ ਇਹਦਾ ਗੇਨ ਭਾਈ ਲਾਸ ਨਾਲੋਂ ਘੱਟ ਆ ਦੇਖੋ ਗੇਨ ਦੀ ਕਰਵ ਉੱਪਰ ਲਾਸ ਨਾਲੋਂ ਘੱਟ ਆ, ਫੇਰ ਸਮਝੋ ਐਲਈਡੀ ਐਕਸ਼ਨ ਹੋਣਾ, ਸਮਝ ਆ ਗਈ। ਇਹਦਾ ਮਤਲਬ ਫਿਰ ਐਲਈਡੀ ਐਕਸ਼ਨ ਹੋਣਾ, ਯਾਨੀ ਸਪੌਂਟੇਨੀਅਸ ਐਮਿਸ਼ਨ ਹੋਣੀ। ਹੁਣ ਜਦੋਂ ਗੇਨ ਲਾਸ ਦੇ ਬਰਾਬਰ ਆ ਦੇਖੋ ਗੇਨ ਲਾਸ ਦੇ ਬਰਾਬਰ, ਜਿੰਨਾ ਲਾਸ ਹੈ ਉਨਾ ਹੀ ਗੇਨ ਹੋ ਗਿਆ। ਫਿਰ ਅਸੀਂ ਕਹਿੰਦੇ ਇਹ ਥ੍ਰੈਸ਼ਹੋਲਡ ਕੰਡੀਸ਼ਨ ਹੈ, ਜਾਨੀ ਕਹਿਣਾ ਵੀ ਲੈ ਵੀ ਆਪਾਂ ਐਨ ਕਿਨਾਰੇ ਤੇ ਪਹੁੰਚ ਗਏ ਹੁਣ, ਮਤਲਬ ਇੱਥੋਂ ਲੇਜ਼ਿੰਗ ਐਕਸ਼ਨ ਸਟਾਰਟ ਹੋਣਾ। ਹੁਣ ਜਦੋਂ ਗੇਨ ਲਾਸ ਨਾਲੋਂ ਵੱਧ ਗਿਆ, ਆ ਦੇਖੋ ਵੱਧ ਗਿਆ ਨਾ, ਲਾਸ ਨਾਲੋਂ ਵੱਧ ਗਿਆ, ਫਿਰ ਲੇਜ਼ਿੰਗ ਐਕਸ਼ਨ ਸਟਾਰਟ ਹੋਣਾ। ਕਲੀਅਰ ਹੋ ਗਈ ਗੱਲ? ਕਲੀਅਰ ਹੋ ਗਈ ਗੱਲ ਬੱਚੋ? ਹੈਲੋ ਹਾਂਜੀ ਸਰ। ਹਾਂ, ਗੇਨ ਅਗਰ ਲਾਸ ਨੂੰ ਘੱਟ ਹੈ ਤੇ ਐਲਈਡੀ ਐਕਸ਼ਨ, ਗੇਨ ਲਾਸ ਦੇ ਬਰਾਬਰ ਹੈ, ਉਹ ਥ੍ਰੈਸ਼ਹੋਲਡ ਕੰਡੀਸ਼ਨ ਹੈ, ਇੱਥੋਂ ਲੇਜ਼ਿੰਗ ਸਟਾਰਟ ਹੋਣੀ ਸ਼ੁਰੂ ਹੋਏਗੀ। ਪਰ ਜੇ ਆਪਾਂ ਇਹਨੂੰ ਸਸਟੇਨ ਕਰਨਾ ਤੇ ਲੇਜ਼ਿੰਗ ਐਕਸ਼ਨ ਨੂੰ ਕਾਇਮ ਰੱਖਣਾ, ਫਿਰ ਗੇਨ ਲਾਸ ਨੂੰ ਵੱਧ ਚਾਹੀਦਾ ਹੀ ਚਾਹੀਦਾ। ਤੋ ਆ ਐਕਸ ਐਕਸਿਸ ਦੇ ਅਲੋਂਗ ਡਾਈਮੈਂਸ਼ਨਸ ਆ ਉਹਦੇ ਐਕਟਿਵ ਲੇਅਰ ਦੇ, ਤੇ ਵਾਈ ਐਕਸਿਸ ਦੇ ਅਕ੍ਰੋਸ ਗੇਨ ਆ, ਤੇ ਗੇਨ ਦੇ ਨਾਲ ਨਾਲ ਆ ਲਾਸ ਲਾਈਨ ਹੈ, ਲਾਸ ਲਾਈਨ ਕਾਂਸਟੈਂਟ ਹੈ। ਪਤਾ ਲੱਗ ਗਿਆ? ਸਮਝ ਆਈ? ਥੱਲੇ ਡਾਇਗਰਾਮ ਦੇ ਵਿੱਚ ਉਹਨੇ ਇਹ ਦਿਖਾ ਲਿਆ ਕਿ ਆ ਜਿੱਦਾਂ ਐਲਈਡੀ ਦੀ ਜਿਹੜੇ ਕਰੈਕਟਰਿਸਟਿਕਸ ਨੇ, ਜਾਂ ਆਰਡੀਨਰੀ ਪੀਐਨ ਜੰਕਸ਼ਨ ਦੀ ਜਿਹੜੀ ਕਰੈਕਟਰਿਸਟਿਕਸ, ਡਾਇਓਡ ਦੀ ਕਰੈਕਟਰ, ਇਹਨੂੰ ਜਿੱਦਾਂ ਇੱਕ ਪਾਸੇ ਵੋਲਟੇਜ ਦੂਜੇ ਪਾਸੇ ਕਰੰਟ, ਇਹਨੇ ਕੀ ਦਿਖਾ ਲਿਆ? ਕਿਉਂਕਿ ਐਲਈਡੀ ਨੂੰ ਜਦੋਂ ਅਸੀਂ ਫਾਰਵਰਡ ਬਾਇਸਿੰਗ ਕਰਦੇ ਹਾਂ ਜਾਂ ਲੇਜ਼ਰ ਡਾਇਓਡ ਨੂੰ ਫਾਰਵਰਡ ਬਾਇਸਿੰਗ ਕਰਦੇ ਹਾਂ, ਫਾਰਵਰਡ ਬਾਇਸਿੰਗ ਦਾ ਮਤਲਬ ਉਹਨੂੰ ਡੀਸੀ ਵੋਲਟੇਜ ਦੇਣੀ, ਉੱਥੋਂ ਫਾਰਵਰਡ ਕਰੰਟ ਜਨਰੇਟ ਹੋਣਾ। ਤੇ ਜਦੋਂ ਫਾਰਵਰਡ ਕਰੰਟ ਜਨਰੇਟ ਹੁੰਦਾ, ਜਿੱਦਾਂ ਜਿੱਦਾਂ ਅਸੀਂ ਕਰੰਟ ਸਾਡਾ ਵਧਦਾ, ਇੱਕ ਥ੍ਰੈਸ਼ਹੋਲਡ ਤੋਂ ਥੱਲੇ ਥੱਲੇ ਜਿਹੜੀ ਕੰਡੀਸ਼ਨ ਹੈ ਆ ਹੌਲੀ 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 ਕਰਕੇ ਵਧਦਾ, ਠੀਕ ਹੈ ਨਾ, ਵਧਿਆ ਨਾ। ਜਿਹੜੀ ਥੱਲੇ ਵਾਲਾ ਕੰਡੀਸ਼ਨ ਆ ਉਹ ਪਹਿਲੀ ਆ, ਇੱਥੇ ਜਾਣੀ ਗੇਨ ਲਾਸ ਨਾਲੋਂ ਘੱਟ ਆ, ਤਾਂ ਫਿਰ ਇਹ ਐਲਈਡੀ ਐਕਸ਼ਨ ਹੋਗਾ। ਜਿੱਥੋਂ ਹੀ ਉਹ ਥ੍ਰੈਸ਼ਹੋਲਡ ਕੰਡੀਸ਼ਨ ਜਿੱਦਾਂ ਹੀ ਆਬਟੇਨ ਹੁੰਦੀ ਆ ਕਰੰਟ ਦੇ ਵਧਾਉਣ ਦੇ ਨਾਲ, ਠੀਕ ਹੈ, ਇੱਥੇ ਤੋਂ ਇਹ ਥ੍ਰੈਸ਼ਹੋਲਡ ਕੰਡੀਸ਼ਨ ਤੋਂ ਫਿਰ ਸਾਡਾ ਲੇਜ਼ਰ ਐਕਸ਼ਨ ਸਟਾਰਟ ਹੋ ਜਾਂਦਾ। ਤੇ ਜਿਹੜੀ ਆ ਕਰਵ ਇੱਕਦਮ ਸਟੀਪ ਹੋ ਜਾਂਦੀ ਇਦਾਂ ਸਿੱਧੀ। ਤੋਂ ਆਪਾਂ ਕੀ ਕਰਦੇ, ਇਹਨੂੰ ਆਊਟਪੁੱਟ ਪਾਵਰ ਵਰਸਸ ਇਨਪੁੱਟ ਕਰੰਟ, तो इनपुट करंट आ फॉरवर्ड वोल्ट आ देखो वोल्टेज दी है, आ लेजर डायोड ਨੂੰ वोल्टेज देती, ਤੇ वोल्टेज ਘਟਾਉਣੀ ਵਧਾਉਣੀ तो वेरिएबल लगाता, करंट ਨੂੰ मेजर करना एमीटर लगाता, आ लेजर डायोड ਜਦੋਂ ਕੰਡਕਟ ਕਰਨਾ ਇਹਦਾ ਜੋੜਤਾ, ਤੇ ਜਿਹੜੀ ਇਹਨੇ ਪਾਵਰ ਦੇਣੀ ਉਹ ਪਾਵਰ ਅਸੀਂ ਪਾਵਰ ਮੀਟਰ ਨਾਲ ਮੇਜਰ ਕਰ ਲੈਣੀ। ਸੋ ਪਾਵਰ ਦੇਖੋ ਪਹਿਲਾਂ ਘੱਟ ਹੌਲੀ ਹੌਲੀ ਆ, ਜਿੱਦਾਂ ਕਰੰਟ ਵਧਾਉਣੇ ਆ, ਇੱਥੇ ਤੱਕ ਐਲਈਡੀ ਐਕਸ਼ਨ ਹੈ। ਜਦੋਂ ਹੀ ਥ੍ਰੈਸ਼ਹੋਲਡ ਕੰਡੀਸ਼ਨ ਅਚੀਵ ਹੁੰਦੀ ਆ, ਫਿਰ ਜਿਹੜੀ ਕਰਵ ਆ ਉਹ ਸਟੀਪ ਰਾਈਜ਼ ਕਰਦੀ, ਜਾਨੀ ਪਾਵਰ ਵਧਦੀ ਹੈ। ਸੋ ਇਹਨੂੰ ਅਸੀਂ ਪੀਆਈ ਕਰਵ ਵੀ ਬੋਲਦੇ ਆ, ਐਲਆਈ ਕਰਵ ਵੀ ਬੋਲਦੇ ਆ। ਐਲ ਮੀਨਸ ਲਾਈਟ ਪਾਵਰ, ਪੀ ਮੀਨਸ ਪਾਵਰ। ਪਤਾ ਲੱਗ ਗਿਆ? हाँ स्टूडेंट्स, हाँ बच्चों, बोलो बच्चों। यस सर। जी हाँ हाँ ठीक है ना। आप पिछले पेज पे फिर आ जाने हैं, देखो। हाँ जी ठीक है। सो ये मैं डायग्राम डिस्कस की है, ठीक है। ਹੁਣ ਇਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਇਹ ਕਿਹਾ ਸੀ ਵੀ ਆਹ ਕੰਡੀਸ਼ਨਾਂ ਚਾਹੀਦੀਆਂ, ਆਹ ਕੰਡੀਸ਼ਨਾਂ ਚਾਹੀਦੀਆਂ। ਪਹਿਲੀ ਆ ਦੇਖੋ ਥ੍ਰੈਸ਼ਹੋਲਡ ਕੰਡੀਸ਼ਨ ਦੀ ਗੱਲ ਕਰ ਦਿੱਤੀ ਮੈਂ। तो लेजिंग इफेक्ट ਤੇ ਇਨਪੁਟ ਆਊਟਪੁਟ ਕਰੈਕਟਰਿਸਟਿਕਸ, ਪਾਪੂਲੇਸ਼ਨ ਇਨਵਰਸ਼ਨ ਸਾਨੂੰ ਚਾਹੀਦੀ ਹੈ, ਤਾਂ ਹੀ ਸਟਿਮੂਲੇਟਡ ਐਮਿਸ਼ਨ ਜਿਹੜੀ ਆ ਉਹ ਸਸਟੇਨ ਰਹੇਗੀ। ਪਾਪੂਲੇਸ਼ਨ ਇਨਵਰਸ਼ਨ ਦਾ ਮਤਲਬ ਐਕਸਾਈਟਡ ਸਟੇਟ ਦੇ ਵਿੱਚ ਇਲੈਕਟ੍ਰੋਨਸ ਦੀ ਗਿਣਤੀ ਹਰ ਵਕਤ ਰਹਿਣੀ ਬੇਲੈਂਸਮੈਂਟ ਨਾਲੋਂ ਉਲਟਾ। ਐਕਸਾਈਟਡ ਸਟੇਟ ਦੇ ਵਿੱਚ ਇਲੈਕਟ੍ਰੋਨਸ ਦੀ ਗਿਣਤੀ ਵਧਾ ਕੇ ਰੱਖਣੀ। ਇਲੈਕਟ੍ਰੋਨ ਜਦੋਂ ਫਾਲ ਕਰਨਗੇ ਇੱਕ ਫੋਟੋਨ ਜਨਰੇਟ ਹੋਏਗਾ, ਜਿੱਦਾਂ ਜਿੱਦਾਂ ਉਹ ਇਲੈਕਟ੍ਰੋਨਸ ਉੱਥੇ ਗਿਣਤੀ ਵਧਣ ਵਾਸਤੇ ਅਸੀਂ ਕੀ ਕਰਦੇ ਹਾਂ, ਬਾਹਰੋਂ ਐਕਸਟਰਨਲ એનર્ਜੀ ਦਿੰਦੇ ਹਾਂ, ਪੰਪਿੰਗ ਕਰਦੇ ਹਾਂ, ਤਾਂ ਸਟਿਮੂਲੇਟਡ ਐਮਿਸ਼ਨ ਜਿਹੜੀ ਆ ਉਹ ਕਾਇਮ ਰਹੇਗੀ, ਸਸਟੇਨ ਰਹੇਗੀ। ਔਰ ਫਿਰ ਇਹ ਸਾਰਾ ਕੁਝ ਕਿੱਥੇ ਹੁੰਦਾ, ਜਿਹੜੀ ਫੋਟੋਨ ਸਟ੍ਰਾਈਕ ਹੋਣਾ, ਉਸ ਤੋਂ ਬਾਅਦ ਫੋਟੋਨ ਜਨਰੇਟ ਕਰਨਾ, ਇਲੈਕਟ੍ਰੋਨਸ, ਇਹ ਸਾਰਾ ਜਿਹੜੀਆਂ ਉੱਪਰਲੀਆਂ ਦੋ ਪ੍ਰੋਸੈਸਸ ਹੈ, ਖਾਸ ਕਰਕੇ ਪਾਪੂਲੇਸ਼ਨ ਇਨਵਰਸ਼ਨ, ਇਹ ਲੇਜ਼ਰ ਦਾ ਜਿਹੜਾ ਐਕਟਿਵ ਰੀਜਨ ਹੈ ਸੈਮੀਕੰਡਕਟਰ ਵਾਲਾ, ਉਹਦੇ ਵਿੱਚ ਹੀ ਜਦੋਂ ਫੋਟੋਨ ਜਿਹੜਾ ਮਿਰਰਸ ਤੋਂ ਸਟ੍ਰਾਈਕ ਹੋਏਗਾ ਔਰ ਜਿਹੜੀ ਇਲੈਕਟ੍ਰੋਨਸ ਆ ਉਹ ਐਕਟਿਵ ਰੀਜਨ ਦੇ ਵਿੱਚ ਨੇ, ਤੇ ਮਿਰਰ ਦੋਨੋਂ ਮਿਲ ਕੇ ਰੈਜ਼ੋਨੇਟਰ ਕੈਵਿਟੀ ਬਣਦੀ ਆ ਜਿਹੜਾ ਐਕਟਿਵ ਰੀਜਨ ਆ। ਸੋ ਮਿਰਰ ਦੇ ਜਿਹੜੇ ਫੋਟੋਨਸ ਆ ਰਿਫਲੈਕਸ਼ਨ ਤੋਂ ਬਾਅਦ ਉਹ ਐਕਟਿਵ ਰੀਜਨ ਨੂੰ ਸਟ੍ਰਾਈਕ ਕਰਨਗੇ, ਇੰਟਰੈਕਟ ਕਰਨਗੇ, ਜਿਹਦੇ ਕਰਕੇ ਜਿਹੜੇ ਆ ਇਲੈਕਟ੍ਰੋਨਸ ਐਕਸਾਈਟਡ ਸਟੇਟ ਦੇ ਵਿੱਚ ਹੈਗੇ ਆ ਉਹ ਫਾਲ ਕਰਕੇ ਨੰਬਰ ਆਫ ਫੋਟੋਨਸ ਹੋਰ ਜਨਰੇਟ ਕਰਨਗੇ। ਜਿਹੜਾ ਫੋਟੋਨ ਹੁਣ ਜਨਰੇਟ ਆ ਉਹਨੂੰ ਬੋਲਦਾ ਸਟਿਮੂਲੇਟਡ ਫੋਟੋਨਸ। ਪਤਾ ਲੱਗ ਗਿਆ? ਉਹਦੇ ਲਈ ਪੋਜ਼ਿਟਿਵ ਫੀਡਬੈਕ ਕੰਪਲਸਰੀ ਹੈ। ਕਲੀਅਰ ਹੋਈ? ਕਲੀਅਰ ਹੋਈ ਗੱਲ? ਹਾਂ, ਇਹ ਤਿੰਨ ਚੀਜ਼ਾਂ ਮਸਟ ਆ, ਪਾਪੂਲੇਸ਼ਨ ਇਨਵਰਸ਼ਨ, ਸਟਿਮੂਲੇਟਡ ਐਮਿਸ਼ਨ
ਤੇ ਪੋਜ਼ਿਟਿਵ ਫੀਡਬੈਕ ਲੇਜ਼ਰ ਦੇ ਐਕਸ਼ਨ ਵਾਸਤੇ। ਆ ਸਾਰੀ ਉਹੀ ਕਹਾਣੀ ਮੈਂ ਦੱਸ ਹੀ ਦਿੱਤੀ ਤੁਹਾਨੂੰ ਸਾਰੀ, ਠੀਕ ਨਹੀਂ, ਆ ਸਾਰਾ ਦੱਸਤਾ, ਠੀਕ ਨਹੀਂ। ਹੁਣ ਤੁਸੀਂ ਦੇਖੋ ਜਿਹੜਾ LED ਆ, LED ਜੇ ਇਹਦੀ ਜਿਹੜੀ ਕਰਵ ਆ ਉਹ ਜ਼ਿਆਦਾ ਸਟੀਪਰ ਆ, ਸਿੱਧੀ ਆ ਜਾਣੀ ਲੇਜ਼ਰ ਦੀ ਦੈਨ LED ਉਹਨੇ ਕਿਹਾ। ਜਿਹੜਾ ਕਾਮਨ ਲੇਜ਼ਰ ਡਾਇਓਡ ਆ, ਜੇ ਮੰਨ ਲਓ ਉਹਨੇ 1 ਮਿਲੀ ਵਾਟ ਪਾਵਰ ਆਊਟਪੁੱਟ ਜਨਰੇਟ ਕਰਨੀ ਹੈ ਤੇ ਉਹ ਤਕਰੀਬਨ 30 ਮਿਲੀ ਜਾਨੀ 10 ਤੋਂ 30 ਮਿਲੀ ਐਂਪੀਅਰ ਲੈਂਦਾ, ਪਰ ਥ੍ਰੈਸ਼ਹੋਲਡ ਕਰੰਟ ਲੈਂਦਾ ਇੰਨਾ, ਜਦ ਕਿ ਡਰਾਈਵਿੰਗ ਕਰੰਟ ਕਿੰਨਾ ਲੈਂਦਾ 60 ਮਿਲੀ ਐਂਪੀਅਰ। तो जानी देखो ਜਿਹੜਾ ट्रांसमीटर मॉड्यूल है ਉੱਥੇ LED ਲੱਗਾ ਹੁੰਦਾ ਜਾਂ ਲੇਜ਼ਰ ਲੱਗਾ ਹੁੰਦਾ। ਪਹਿਲਾਂ ਜਦੋਂ ਅਸੀਂ ਵੋਲਟੇਜ ਦਿੰਦੇ ਹਾਂ ਵੋਲਟੇਜ ਕਰੰਟ ਵਿੱਚ ਕਨਵਰਟ ਹੁੰਦੀ ਹੈ, ਉਹਨੂੰ ਬੋਲਦਾ ਡਰਾਈਵਰ ਸਰਕਟ। ਵੋਲਟੇਜ ਨੇ ਕਰੰਟ ਵਿੱਚ ਕਨਵਰਟ ਹੋ ਕੇ ਕਰੰਟ ਮਿਲਣਾ LED ਨੂੰ, ਕਿਉਂਕਿ ਉਹਨੇ ਇਲੈਕਟ੍ਰੋਨਸ ਇੰਜੈਕਟ ਕਰਨੇ ਆ, ਜਿਹਦੇ ਕਰਕੇ ਐਕਸਾਈਟਡ ਸਟੇਟ ਦੇ ਵਿੱਚ ਪੋਪੂਲੇਸ਼ਨ ਇਲੈਕਟ੍ਰੋਨਸ ਦੀ ਵਧਣੀ, ਜਿਹਦੇ ਕਰਕੇ ਬਾਅਦ ਚ ਸਟਿਮੂਲੇਟਰ ਫੋਟੋਨ ਜਨਰੇਟ ਹੋਣਾ। ਸਮਝ ਆ ਗਈ? ਤੇ ਉਹ ਥ੍ਰੈਸ਼ਹੋਲਡ ਕੰਡੀਸ਼ਨ ਤੋਂ ਬਾਅਦ ਹੀ ਲੇਜ਼ਿੰਗ ਐਕਸ਼ਨ ਸਟਾਰਟ ਹੋਏਗਾ। तो उन्हें कहता 1 मिलीवाट पावर आउटपुट पावर लाइट आउटपुट पावर जनरेट करने वास्ते ਜਿਹੜਾ ਥ੍ਰੈਸ਼ਹੋਲਡ ਕਰੰਟ ਹੋਵੇ ਇੰਨਾ ਕੁ ਚਾਹੀਦਾ, ਡਰਾਈਵਿੰਗ ਕਰੰਟ ਆਫ ਕੋਰਸ ਵੱਧ ਹੀ ਚਾਹੀਦਾ, ਠੀਕ ਹੈ। ਦੂਜੇ ਪਾਸੇ ਜੇ ਆਪਾਂ LED ਦੀ ਗੱਲ ਕਰੀਏ, LED ਵਿੱਚ ਦੋਨੋਂ ਚੀਜ਼ਾਂ ਵੱਧ ਚਾਹੀਦੀਆਂ, ਉਹ ਤੇ ਡਰਾਈਵ ਕਰੰਟ ਵੀ ਜ਼ਿਆਦਾ ਚਾਹੀਦਾ ਤੇ ਜਿਹੜਾ ਥ੍ਰੈਸ਼ਹੋਲਡ ਕੰਡੀਸ਼ਨ ਦਾ ਖੈਰ ਉਹ ਤੇ ਸਪੌਂਟੇਨੀਅਸ ਮਿਸ਼ਨ ਹੈ, ਉਹ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸ ਹੀ ਦਿੱਤਾ, ਦੱਸਿਆ ਸੀ ਨਾ ਪਿਛਲੇ ਪੇਜ ਦੇ ਵਿੱਚ ਵੀ ਜੇ ਉਹ ਕਾਫੀ ਕਰੰਟ ਲੈਂਦਾ। ਆ ਪਿਛਲੇ ਪੇਜ ਮੈਂ ਫਿਰ ਆ ਜਾਣਾ ਦੁਬਾਰਾ, ਇੱਥੇ ਦੱਸਿਆ ਸੀ, ਇਹ ਦੁਬਾਰਾ ਦੱਸ ਦਿੰਦੇ, ਕੋਈ ਨਹੀਂ ਉਹ ਦੱਸ ਦਿੰਦੇ। ਹਾਂ, ਜਦੋਂ ਮੈਂ ਸਟਿਮੂਲੇਟ ਐਮਿਸ਼ਨ ਦੀ ਗੱਲ ਕਰਦਾ ਸੀ ਸਪੌਂਟੇਨੀਅਸ ਦੇ ਵਿੱਚ, ਆ ਦੇਖੋ ਇਹ ਉਹਦੀ ਸਪੈਕਟਰਲ ਵਿਡਥ ਦੀ ਗੱਲ ਕੀਤੀ ਸੀ, ਨਾਨ ਕੋਹਰੈਂਟ, ਇੱਥੇ ਮੈਂ ਦੱਸਿਆ ਸੀਗਾ। ਚਲੋ ਮੇਰਾ ਮਤਲਬ ਕਹਿੰਦਾ ਵੀ LED ਦੇ ਵਿੱਚ ਜਿਹੜਾ ਲੇਜ਼ਰ ਕਰੰਟ ਹੈ ਉਹ ਸੌਰੀ ਜਿਹੜਾ ਆ ਦੇਖੋ ਇਹ ਸਪੈਕਟਰਲ ਵਿਡਥ ਦੀ ਹੀ ਗੱਲ ਕੀਤੀ ਆ। ਤਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਸੀਗਾ ਵੀ LED ਦੇ ਵਿੱਚ ਕਰੰਟ ਜ਼ਿਆਦਾ ਚਾਹੀਦਾ ਦੈਨ ਲੇਜ਼ਰ, ਠੀਕ ਹੈ। ਹਾਂ ਬੱਚਿਓ, ओके सर। ਹਾਂ ਸੋ ਇਹ ਪੋਪੂਲੇਸ਼ਨ ਇਨਵਰਸ਼ਨ ਦੀ ਵੀ ਗੱਲ ਕਰ ਲਈ, ਪੋਜ਼ਿਟਿਵ ਫੀਡਬੈਕ ਦੀ ਵੀ ਗੱਲ ਹੋ ਗਈ, ਸਟਿਮੂਲੇਸ਼ਨ ਐਮਿਸ਼ਨ ਦੀ ਵੀ ਗੱਲ ਹੋ ਗਈ, ਠੀਕ ਹੈ। ਗੇਨ ਵਰਸਸ ਉਹਦਾ ਐਕਟਿਵ ਰੀਜਨ, यानी गेन लॉस, एक गेन लॉस इकट्ठा बोलना, देखो गेन लॉस इकट्ठा बोलना विद रिस्पेक्ट टू आ ਜਿਹੜਾ ਉਹਦਾ एक्टिव लेयर ਦੇ ਡਾਈਮੈਂਸ਼ਨਸ ਨੇ, ਇਦਾਂ ਉਹ ਇਦਾਂ ਦੱਸ ਰਿਹਾ। तो ਆ ਉਹਦੀ LI ਜਾਂ PI ਕਰੈਕਟਰਿਸਟਿਕਸ ਹੈ। ਆ ਦੇਖੋ ਇਨਪੁਟ ਆਊਟਪੁਟ, ਇਨਪੁਟ ਫਾਰਵਰਡ ਕਰੰਟ ਹੋ ਗਿਆ ਤੇ ਆਊਟਪੁਟ ਜਿਹੜੀ ਆ ਲਾਈਟ ਆਊਟਪੁਟ ਪਾਵਰ ਹੋ ਗਈ। ਉੱਪਰ ਗੇਨ ਲॉस ਕਰਵ ਦਿਖਾ ਲਈ ਆ, ਠੀਕ ਆ। ਲੇਜ਼ਿੰਗ ਇਫੈਕਟ ਕੀ ਆ ਉਹ ਦੱਸਿਆ, ਤੇ ਆ ਪ੍ਰੈਕਟੀਕਲ ਸੈਟਅਪ ਮੇਅਰ ਇਨਪੁਟ ਆਊਟਪੁਟ ਕਰੈਕਟਰਿਸਟਿਕਸ ਨੂੰ ਮੇਅਰ ਕਰਨ ਵਾਸਤੇ, ਠੀਕ ਹੈ। यस सर। ਹੁਣ ਲੇਜ਼ਰ ਡਾਇਓਡ ਦੀ ਲਾਈਟ ਦੀ ਗੱਲ ਹੋਰ ਕਰਦੇ ਹਾਂ ਆਪਾਂ। ਉਹ ਕੀ ਕਹਿੰਦਾ, 8-10 ਮਿੰਟ ਰਹਿ ਗਏ, ਕੋਈ ਗੱਲ ਨਹੀਂ। ਇਹ ਲੇਜ਼ਰ ਡਾਇਓਡ ਰੇਡੀਏਟਸ ਲਾਈਟ ਦੈਟ ਕੈਨ ਬੀ ਕਰੈਕਟਰਾਈਜ਼ਡ। ਜਿਹੜੀ ਲੇਜ਼ਰ ਡਾਇਓਡ ਨੇ ਲਾਈਟ ਪੈਦਾ ਕਰਨੀ ਹੈ, ਰੇਡੀਏਟ ਕਰਨੀ, ਉਹਦੀਆਂ ਕੀ ਕਰੈਕਟਰਿਸਟਿਕਸ ਹੈ, ਜਾਨੀ ਕਿੱਦਾਂ ਉਹਨੂੰ ਕਰੈਕਟਰਾਈਜ਼ ਕੀਤਾ ਜਾਂਦਾ। ਇੱਕ ਤਾਂ ਕਹਿੰਦਾ ਉਹ ਮੋਨੋਕ੍ਰੋਮੈਟਿਕ ਆ, ਦੂਜੀ ਵੈਲ ਡਾਇਰੈਕਟਡ ਹੈ, ਜਾਨੀ ਡਾਇਰੈਕਟਿਵਿਟੀ ਜ਼ਿਆਦਾ, ਤੀਜੀ ਹਾਈਲੀ ਇੰਟੈਂਸ ਐਂਡ ਪਾਵਰ ਐਫੀਸ਼ੀਐਂਟ ਹੈ, ਚੌਥਾ ਉਹ ਕੋਹਰੈਂਸ ਹੈ। ਚਾਰੋਂ ਪੁਆਇੰਟ ਆਪਾਂ ਦੇਖਦੇ ਦੁਬਾਰਾ। ਮੋਨੋਕ੍ਰੋਮੈਟਿਕ ਦਾ ਮਤਲਬ ਕੀ ਆ, ਸਪੈਕਟਰਲ ਵਿਡਥ ਪੁਆਇੰਟ ਆਫ ਵਿਊ ਤੋਂ ਆਪਾਂ ਇਹਨੂੰ ਲੈਣਾ। ਜਿੱਦਾਂ ਆਪਾਂ ਪਿੱਛੇ ਵੀ ਪੜ੍ਹਿਆ LED ਦੇ ਵਿੱਚ ਵੀ ਉਹਦੀ ਸਪੈਕਟਰਲ ਵਿਡਥ ਜ਼ਿਆਦਾ ਹੈ, ਇਹਦੀ ਘੱਟ ਆ, ਤੋ ਇੱਥੇ ਮਤਲਬ ਉਹਦੇ ਵਿੱਚ ਨੰਬਰ ਆਫ ਵੇਵਲੈਂਥਸ ਘੱਟ ਗਈ। ਸਪੈਕਟਰਲ ਵਿਡਥ ਆਫ ਰੇਡੀਏਟਡ ਲਾਈਟ ਇਜ਼ ਵੈਰੀ ਨੈਰੋ, ਹੋਣੀ ਵੀ ਚਾਹੀਦੀ ਆ। ਇੰਡੀਡ ਲਾਈਨ ਵਿਡਥ for a laser diode can be in tenths or even hundreds of a nanometer. Tenth ਦਾ ਮਤਲਬ ਹੁੰਦਾ, tenth means 1/10, hundredth means 1/100। ਇੱਕ ਨੈਨੋਮੀਟਰ ਦਾ 10ਵਾਂ ਹਿੱਸਾ ਜਾਂ 100ਵਾਂ ਹਿੱਸਾ। ਦੇਖੋ ਇੱਕ ਨੈਨੋਮੀਟਰ 1 ਮੀਟਰ ਦਾ 100 ਕਰੋੜਵਾਂ ਹਿੱਸਾ ਹੁੰਦਾ, ਫਿਰ ਇੱਕ ਨੈਨੋਮੀਟਰ ਦਾ ਅੱਗੇ 10ਵਾਂ, ਇੱਕ ਨੈਨੋਮੀਟਰ ਦਾ ਅੱਗੇ 100ਵਾਂ ਹਿੱਸਾ, ਕਿੰਨਾ ਹੋਰ ਛੋਟਾ ਹੋ ਗਿਆ। ਇੰਨੀ ਉਹਦੀ ਲਾਈਨ ਵਿਡਥ ਹੋ ਸਕਦੀ ਹੈ, ਸਪੈਕਟਰਲ ਵਿਡਥ ਬਹੁਤ ਨੈਰੋ ਹੈ। ਸਮਝ ਆ ਗਈ? ਇਸ ਕਰਕੇ ਇਹਦਾ ਮਤਲਬ ਉਹਦਾ ਪੈਟਰਨ ਵਾਈਡ ਨਹੀਂ ਆ, ਠੀਕ ਹੈ। ਵੈਲ ਡਾਇਰੈਕਟਡ ਹੈ, ਲੇਜ਼ਰ ਡਾਇਓਡ ਰੇਡੀਏਟਸ ਅ ਨੈਰੋ ਵੈਲ ਡਾਇਰੈਕਟਡ ਬੀਮ ਦੈਟ ਕੈਨ ਬੀ ਈਜ਼ੀਲੀ ਲਾਂਚਡ ਇਨਟੂ ਆਪਟੀਕਲ ਫਾਈਬਰ, ਠੀਕ ਹੈ ਨਾ। ਆਪਟੀਕਲ ਫਾਈਬਰ ਦਾ ਜਿਹੜਾ ਕੋਰ ਆ ਉਹ ਵੀ ਤਾਂ ਘੱਟ ਹੀ ਹੁੰਦਾ ਨਾ, ਕਿਉਂਕਿ ਜੇ ਡਾਇਰੈਕਟਿਵਿਟੀ ਜ਼ਿਆਦਾ ਉਹਦੀ ਬੀਮ ਵਿਡਥ ਵੀ ਘੱਟ ਜਾਣੀ ਆ, ਤੇ ਇਸ ਕਰਕੇ ਆਪਟੀਕਲ ਫਾਈਬਰ 'ਚ ਉਹਨੂੰ ਈਜ਼ੀਲੀ ਲਾਂਚ ਕੀਤਾ ਜਾ ਸਕਦਾ।
highly intense and power efficient. Highly intense means laser diode can radiate hundreds of milliwatt of output power. देखा, a new type of vertical cavity surface emitting laser, ये radiate 1 milliwatt ਜਿਹੜੀ power radiate करती 10 milliampere ਤੇ करती है, यानी बहुत घट करंट चाहिए फॉरवर्ड करंट, making current to light conversion 10 times more efficient than that of the best LEDs. पता लग गया? So far better than LEDs. कोहेरेंट का मतलब की है? कोहेरेंट का मतलब इतने आ भी जी लाइट रेडिएटेड बाई लेजर डायोड है वो कोहेरेंट है। ਇਹਦਾ मतलब की है जिन्नियां ਉਹਦੀਆਂ ऑसिलेशंस है वो सारियां इन फेस है, वो सारियां की आ इन फेस है, यानी वेवलेंथ फ्रीक्वेंसी सेम फेस है। This property is important for the transmission and detection of an information signal. So as you can see, these characteristics are very similar to those of the stimulator emission, but remember only the combination of an active medium and resonator दोनों मिलके लेजर बनाते हैं, एक्टिव मीडियम ते रेजोनेटर दोनों मिलके इकट्ठे होके एक लेजर बनती है। सो लेजर प्रोड्यूसेस लाइट with these remarkable properties. पता लग गया? हाँ बच्चों, स्टूडेंट समझ आई? हेलो, हाँ बच्चों, स्टूडेंट्स बोल नहीं रहे। हाँ जी सर। हाँ बोलो। हाँ जी सर। हाँ जी सर। हाँ तो पीएन जंक्शन पॉइंट ऑफ द व्यू तो देखिए तो कहता above discussion of the principle of action of a laser is sufficiently general to apply to any solid state laser, but in fiber optic communication technology we use only laser diode, that is semiconductor devices. So laser diode action from the stand PN point junction point of view to ਆਪਾਂ ਜੀ ਇਹਨੂੰ ਦੇ ਦਈਏ। We know that electrons and holes are injected by forward current into an active area where they recombine, and each recombination results into radiation of a photon. पहला ही ਆਪਾਂ ਗੱਲ ਕਰਨੀ ਸੀ LED ਵਿੱਚ। The charges are carried out by current, thus sustaining this dynamic process. ਉਹਨੂੰ ਕਾਇਮ ਰੱਖਣ ਵਾਸਤੇ ਬਾਹਰੋਂ ਮੈਂ ਦੱਸਿਆ ਦੀ ਲੇਜ਼ਰ ਡਾਇਓਡ ਚ ਕੀ ਹੁੰਦਾ, ਇੰਟਰਨੈਟ ਕਨੈਕਸ਼ਨ ਅਨਸਟੇਬਲ ਹੋ ਗਿਆ। ਲੇਜ਼ਰ ਡਾਇਓਡ ਚ ਕੀ ਆ, ਓਨਲੀ ਹੀਟਰੋ ਜੰਕਸ਼ਨਸ ਆਰ ਯੂਜ਼ਡ, ਆ ਧਿਆਨ ਰੱਖਣਾ। ਸੋ ਹੀਟਰੋ ਜੰਕਸ਼ਨਸ confines the electron holes area of interaction. Active area serves as a waveguide for light. You will no doubt recall this explanation from our discussion principle of action of LED. ਤੇ what is new in laser diode, ਇੱਥੇ ਕੀ ਐਕਟਿਵ ਏਰੀਆ ਜਿਹੜਾ ਹੈ ਤਾਂ ਲੇਜ਼ਰ ਡਾਇਓਡ ਦਾ LED ਨਾਲੋਂ ਕਾਫੀ ਸਮਾਲ ਹੈ। ਸਰ ਤੁਹਾਡੀ ਆਵਾਜ਼ ਕੱਟਦੀ ਪਈ। ਹੁਣ ਆ ਗਈ ਆਵਾਜ਼? ਐਕਟਿਵ ਏਰੀਆ ਜਿਹੜਾ ਲੇਜ਼ਰ ਡਾਇਓਡ ਦਾ ਉਹ ਕਾਫੀ ਘੱਟ ਹੈ। ਆ ਗਈ ਆਵਾਜ਼? ਕੱਟ ਕੇ ਆ ਰਹੀ ਹੈ। ਉਹ ਵੀ ਇੰਟਰਨੈਟ ਦੀ ਪ੍ਰੋਬਲਮ ਹੈ, ਕੋਈ ਨਹੀਂ। ਐਕਟਿਵ ਏਰੀਆ ਜਿਹੜਾ ਆ ਉਹ ਸਮਾਲ ਹੈ। ਹਾਂ ਹੁਣ ਠੀਕ ਹੋ ਗਈ? ਹੈਲੋ हाँ जी सर ठीक है। एक्टिव एरिया स्मॉल हो गया, वो इंटरनेट की प्रॉब्लम है। रिजल्ट्स इन वेरी हाई करंट डेंसिटी। तो घट स्मॉल एरिया करके जो ਅਸੀਂ ਬਾਹਰੋਂ ਪਾਵਰ ਦੇਣੀ ਆ तो हाई करंट डेंसिटी ਵੱਧ ਜਾਂਦੀ ਆ, ਮੱਚ स्मॉल एरिया करके करंट डेंसिटी ਦੀ ਵੱਧ ਜਾਂਦੀ ਆ, एंड thus much more intensive recombination process। ठीक है ना? तो ज़्यादा recombination process ਹੁੰਦੀ ਆ तीव्रता ਨਾਲ। So huge number of electrons injected into small area leads to population। So small area ਦੇ ਵਿੱਚ ਜਦੋਂ ਬਹੁਤ ਸਾਰੇ electrons inject ਹੋ ਗਏ ਉਹਦੇ ਨਾਲ population inversion create ਹੋ ਜਾਣੀ ਹੈ। ਉਹ to stimulate emission, when gain exceeds loss laser action start ਹੋ ਜਾਣਾ, generation of monochromatic coherent ਤੇ powerful light। ਪਤਾ ਲੱਗ ਗਿਆ? ਇਹ ਮੈਂ ਦੱਸ ਹੀ ਦਿੱਤਾ ਤੁਹਾਨੂੰ। ਉਹ ਇੱਥੇ ਪੁਆਇੰਟ ਰਿਮੈਂਬਰ ਕਰਨ ਵਾਲਾ ਕੀ ਹੈ, an activation of the laser is very small ranging from a few micrometer to few nanometer। ਸੋ ਆ ਇੰਨਾ ਘੱਟ ਏਰੀਆ, ਇਹਦੇ ਵਿੱਚ ਜਦੋਂ ਇਲੈਕਟ੍ਰੋਨ ਇੰਜੈਕਟ ਕਰਦੇ ਆ ਤੇ ਉਹਦੇ ਕਰਕੇ ਕਰੰਟ ਡੈਂਸਿਟੀ ਬਹੁਤ ਜ਼ਿਆਦਾ ਵੱਧ ਜਾਂਦੀ, ਜਿਹਦੇ ਕਰਕੇ ਰੀਕੰਬੀਨੇਸ਼ਨ ਪ੍ਰੋਸੈਸ ਜਿਹੜੀ ਫਾਸਟ ਸਟਾਰਟ ਹੋ ਜਾਂਦੀ ਹੈ। ਠੀਕ ਹੈ? ਸੋ ਦਿਸ ਫੈਕਟਰ ਰਿਕੁਆਇਰਸ ਵੈਰੀ ਹਾਈ ਪ੍ਰਸੀਜਨ ਇਨ ਦੀ ਫੈਬਰਿਕੇਸ਼ਨ ਆਫ ਏ ਲੇਜ਼ਰ ਡਾਇਓਡ ਐਂਡ ਅਕਾਊਂਟਸ ਫॉर ਇਟਸ ਹਾਈ ਪ੍ਰਾਈਸ ਇਨ ਕੰਪੈਰੀਜ਼ਨ ਦੈਟ ਆਫ ਦ LED। ਕਿਉਂਕਿ ਸਾਈਜ਼ ਬਹੁਤ ਛੋਟਾ ਆ, ਸਾਈਜ਼ ਬਹੁਤ ਸਮਾਲ ਹੈ, ਯਾਨੀ ਫਿਰ ਵੀ ਮਾਈਕਰੋਮੀਟਰ ਤੋਂ ਫਿਊ ਨੈਨੋਮੀਟਰ ਤੱਕ ਆ। ਸੋ ਇਹ ਫੈਬਰਿਕੇਸ਼ਨ ਵੇਲੇ ਇਹਦਾ ਬੜਾ ਧਿਆਨ ਰੱਖਣਾ ਪੈਂਦਾ ਸਾਨੂੰ, ਨੀਡ ਹਾਈ ਪ੍ਰਸੀਜਨ। ਪਤਾ ਲੱਗ ਗਿਆ? ਵਾਈਲ ਫੈਬਰਿਕੇਸ਼ਨ ਜਾਨੀ ਜਦੋਂ ਲੇਜ਼ਰ ਡਾਇਓਡ ਨੂੰ ਬਣਾਉਣਾ ਉਸ ਲਈ ਬਹੁਤ ਹਾਈ ਪ੍ਰਸੀਜਨ ਚਾਹੀਦੀ ਹੈ। ਬੇਸਿਕ ਸਟਰਕਚਰਸ ਐਂਡ ਟਾਈਪਸ ਆਫ ਲੇਜ਼ਰ ਡਾਇਓਡ। तो ये मेरा ख्याल टाइम घट रहेगा, 3.5 मिनट रहेगा, मैं फिर भी गल करता, कोई नहीं। ਹੁਣ ਆਪਾਂ ਜੇ ਦੇਖਦਾ ਮੈਂ ਆ ਦੇਖੋ ਕੁਝ ਲੇਜ਼ਰ ਦਿਖਾਣੀਆਂ, ਇਹ ਮੈਂ ਦੁਬਾਰਾ ਡਿਸਕਸ ਕਰ ਦੂੰਗਾ। ਜਿੱਦਾਂ ਆ ਦੇਖੋ ਆ ਐਕਟਿਵ ਰੀਜਨ ਆ, ਇਦਾਂ ਇਹ ਐਜ ਇਮਿਟਿੰਗ ਆ ਵੀ ਐਜ ਇਮਿਟਿੰਗ ਆ
ਆ ਵੀ ਇਹਦੀ ਸਰਵਿਸ ਤੋਂ ਇਹ ਵੀ ਇੱਕ ਮਿੰਟ ਇੱਥੋਂ ਹੀ ਜਨਰੇਟ ਹੁੰਦੀ ਹੈ। ਚਲੋ ਲਾਈਟ ਨਹੀਂ ਇੱਥੋਂ ਆ ਐਕਟਿਵ ਇੱਥੋਂ ਹੀ ਐਚ ਮੀਟਿੰਗ ਹੋਣੀ ਹੈ ਤੇ ਇਹ ਛੋਟਾ ਥੋੜਾ ਜਿਹਾ ਕਰਾਂ ਇਹਨੂੰ ਹੋਰ। ਹਾਂ ਦੇਖਦਾ ਵਿਜ਼ੀਬਲ ਹੈ। ਹਾਂ ਬੱਚੋ ਹੁਣ ਤੁਸੀਂ ਦੇਖੋ ਕੰਸਟਰਕਸ਼ਨ ਆਫ ਲੇਜ਼ਰ ਡਾਇਓਡ ਪਹਿਲੀ ਦੂਜੀ ਤੇ ਤੀਜੀ। ਪਹਿਲੀ ਹੈਗੀ ਆ ਬੇਸਿਕ ਸਟਰਕਚਰ ਆਫ ਬ੍ਰੌਡ ਏਰੀਆ, ਦੂਜੀ ਹੈਗੀ ਗੇਨ ਗਾਈਡਡ, ਤੀਜੀ ਹੈਗੀ ਰਿਚ ਵੇਵ ਗਾਈਡ ਲੇਜ਼ਰ ਡਾਇਓਡ। ਤੇ ਉੱਪਰ ਤੇ ਨੀਚੇ ਤਾਂ ਮੈਟਲ ਹੀ ਆ ਪੋਜ਼ਿਟਿਵ ਵਿਦ ਰਿਸਪੈਕਟ ਟੂ ਨੈਗੇਟਿਵ। ਠੀਕ ਆ ਆਪਾਂ ਨੂੰ ਫਾਰਵਰਡ ਬਾਇਸ ਨਹੀਂ ਕਰਦੇ। ਤੇ ਆਹ ਦੋਨੋਂ ਐਂਡ ਵਾਲੇ ਮਿਰਰਸ ਨੇ, ਇਹ ਕਲੀਵਡ ਸਰਫੇਸ ਹੈ ਜਿੱਥੋਂ ਲਾਈਟ ਨਾਲ ਰਿਫਲੈਕਟ ਹੋਣਾ। ਤੇ ਆਹ ਵਿੱਚ ਹੈਗਾ ਐਕਟਿਵ ਰੀਜਨ, ਆਹ ਹੈਗਾ ਆਹ ਐਕਟਿਵ ਲੇਅਰ ਹੈ। ਇਹਦੇ ਵਿੱਚ ਹੀਟਰੋ ਸਟਰਕਚਰ ਬਣਿਆ। ਹੀਟਰੋ ਸਟਰਕਚਰ ਆਪਾਂ ਤੁਹਾਨੂੰ ਦੱਸਿਆ ਜੀ ਗੈਲੀਅਮ ਆਰਸੇਨਾਈਡ ਸੈਂਟਰ 'ਚ ਆ ਤੇ ਦੂਜੇ ਆਲੇ ਦੁਆਲੇ ਡਬਲ ਹੀਟਰੋ ਸਟਰਕਚਰ ਜਾਂ ਟ੍ਰਿਪਲ ਹੀਟਰੋ ਸਟਰਕਚਰ ਜਿਹਦੇ ਵਿੱਚ ਐਲੂਮੀਨੀਅਮ ਐਨ ਟਾਈਪ ਗੈਲੀਅਮ ਆਰਸੇਨਾਈਡ ਐਲੂਮੀਨੀਅਮ ਗੈਲੀਅਮ ਆਰਸੇਨਾਈਡ ਜਾਂ ਪੀ ਟਾਈਪ ਐਲੂਮੀਨੀਅਮ ਗੈਲੀਅਮ ਆਰਸੇਨਾਈਡ ਦੇ ਵਿੱਚ ਜਿਹੜਾ ਐਕਟਿਵ ਰੀਜਨ ਆ ਉਹ ਗੈਲੀਅਮ ਆਰਸੇਨਾਈਡ ਦਾ, ਉਹਦਾ ਰਿਫਰੈਕਟਿਵ ਇੰਡੈਕਸ ਜ਼ਿਆਦਾ ਦੈਨ ਉਹਦੇ ਦੂਜਿਆਂ ਨਾਲੋਂ। ਠੀਕ ਹੈ। ਸੋ ਜਦੋਂ ਫੋਟੋਨਸ ਆ ਮਿਰਰਸ ਹੈ ਇੱਥੋਂ ਲਾਈਟ ਰਿਫਲੈਕਟ ਹੋ ਕੇ ਇਹਦੇ ਵਿੱਚ ਇੰਟਰੈਕਟ ਕਰਨਾ, ਇੱਥੋਂ ਲਾਈਟ ਜਨਰੇਟ ਹੋ ਜਾਣੀ। ਠੀਕ ਹੈ ਐਜ ਤੋਂ। ਤੇ ਆ ਜ਼ਿਆਦਾ ਇਲੈਕਟ੍ਰੋਨਸ ਨੂੰ ਹੋਰ ਜ਼ਿਆਦਾ ਕਨਫਾਈਨ ਕਰਨ ਵਾਸਤੇ, ਉਹਦਾ ਗੇਨ ਵਧਾਉਣ ਵਾਸਤੇ ਅਸੀਂ ਉਹਦੇ ਵਿੱਚ ਅੱਜ ਤੱਕ ਗਰੂਵਿੰਗ ਜੇ ਨਹੀਂ ਪਤਾ, ਇਹਨੂੰ ਗੇਨ ਗਾਈਡਡ ਲੇਜ਼ਰ ਬੋਲਦਾ। ਆ ਰਿਜ ਆ, ਇਹਦੇ ਵਿੱਚ ਕੀ ਆ ਐਕਟਿਵ ਲੇਅਰ ਆ, ਉੱਪਰ ਤੇ ਨੀਚੇ ਕਲੈਡ ਆ, ਥੱਲੇ ਸਬਸਟ੍ਰੇਟ ਆ, ਉੱਪਰ ਮੈਟਲ ਆ, ਉੱਪਰ ਕੰਡਕਟਰ। ਜਦੋਂ ਫਾਰਵਰਡ ਮੀਨਸ ਕਰਨਾ ਫਿਰ ਕਲੈਡਿੰਗ ਤੋਂ ਜਿਹੜਾ ਆ ਉਹਦਾ ਰਿਫਰੈਕਟਿਵ ਇੰਡੈਕਸ ਘੱਟ ਹੁੰਦਾ, ਐਕਟਿਵ ਲੇਅਰ ਦਾ ਜ਼ਿਆਦਾ ਆ ਤੇ ਇਲੈਕਟ੍ਰੋਨਸ ਰਿਫਲੈਕਟ ਹੋ ਕੇ ਇਹਦੇ ਵਿੱਚ ਹੀ ਆਈ ਜਾਣੇ ਆ। ਠੀਕ ਹੈ। ਫੋਟੋਨ ਜਨਰੇਟ ਹੋਈ ਜਾਣੇ ਆ ਤੇ ਉਹ ਐਜ ਤੋਂ ਬਾਹਰ ਨਿਕਲ ਜਾਣਗੇ। ਸੋ ਇਹਦੀ ਗੱਲ ਆਪਾਂ ਨੈਕਸਟ ਟਾਈਮ ਕਰਾਂਗੇ। ਹੁਣ ਇੱਕ ਸਵਾ ਮਿੰਟ ਰਹਿ ਗਿਆ। ਪਤਾ ਲੱਗ ਗਿਆ ਸਟੂਡੈਂਟਸ? ਹੈਲੋ यस सर। ਹਾਂ ਸੋ ਨੈਕਸਟ ਟਾਈਮ ਕਰਾਂਗੇ ਟਾਈਪਸ। ਇਹਦੇ ਵਿੱਚ ਕੁਆਂਟਮ ਲੇਜ਼ਰ ਕੀ ਆ ਦੇਖੋ, ਕੁਆਂਟਮ ਵੈਲ ਲੇਜ਼ਰ। ਹਾਂਜੀ ਸਰ। ਹਾਂ ਕੁਆਂਟਮ ਵੈਲ ਦੇ ਵਿੱਚ ਈਵਨ ਆ ਜਿਹੜੀ ਐਕਟਿਵ ਲੇਅਰ ਆ ਉਹਦੇ ਵਿੱਚ ਕੁਆਂਟਮ ਵੈਲ ਬਣਾਏ ਜਾਂਦੇ ਆ। ਆਲੇ ਦੁਆਲੇ ਕਨਫਾਈਨਮੈਂਟ ਲੇਅਰ, ਇੱਕ ਕਲੈਡਿੰਗ ਲੇਅਰ, ਉੱਪਰ ਕੰਟੈਕਟ, ਥੱਲੇ ਸਬਸਟ੍ਰੇਟ। ਆ ਇੱਕ ਸਿੰਗਲ ਕੁਆਂਟਮ ਬਣਾਤਾ, ਆ ਮਲਟੀਪਲ ਕੁਆਂਟਮ ਬਣਾਤੇ। ਠੀਕ ਨਹੀਂ। ਇਹ ਉਹਦੀ એનર્ਜੀ ਬੈਂਡ ਡਾਇਗਰਾਮ ਆ। ਇਹ ਇਸ ਤੋਂ ਇਲਾਵਾ ਆ ਹੈਗਾ ਗ੍ਰੇਟਡ ਇੰਡੈਕਸ ਸੈਪਰੇਟ ਕੰਫਾਈਨਮੈਂਟ ਹੀਟਰੋ ਸਟਰਕਚਰ। ਆ ਦੇਖੋ ਇਹਦੇ ਨਾਲ ਲੋ ਕੁਆਂਟਮ ਵੈਲ ਲੇਅਰ ਹੈ। ਇੱਕ ਮਿੰਟ ਤੋਂ ਘੱਟ ਰਹਿ ਗਿਆ ਬੇਟੇ। ਇਹ ਨੈਕਸਟ ਟਾਈਮ ਫਿਰ ਆਪਾਂ ਕਰਾਂਗੇ। ਠੀਕ ਹੈ। ਤੇ ਚਲੋ ਹੁਣ ਮੈਂ ਸਟਾਪ ਕਰਨ ਜਾ ਰਿਹਾ, ਤੁਸੀਂ ਸਕਰੀਨਸ਼ਾਟ ਲੈ ਲਓ। ਸਕਰੀਨਸ਼ਾਟ ਲੈ ਲਓ ਬੇਟੇ। ਹਾਂ ਸਕਰੀਨਸ਼ਾਟ ਲੈ ਲਓ ਵੀਡੀਓ ਔਨ ਕਰਕੇ, ਸਕਰੀਨਸ਼ਾਟ ਲੈ ਲਓ। ਵੀਡੀਓ ਔਨ ਕਰੋ ਆਪੋ ਆਪਣੀ। ਹਾਂਜੀ ਸਰ ਲੈ ਲਿਆ ਸਕਰੀਨਸ਼ਾਟ। ਐਂਡ ਕਰ ਦਿੱਤਾ। ਠੀਕ ਹੈ। ਵੀਡੀਓ ਨਹੀਂ ਔਨ ਹੋ ਰਹੀ ਤੁਹਾਡੀ? ਹੈਲੋ ਹਾਂਜੀ ਸਰ। ਵੀਡੀਓ ਨਹੀਂ ਔਨ ਹੋਈ? ਸੌਰਵ, ਹਰਸ਼